ਸਤਿ ਸ਼੍ਰੀ ਅਕਾਲ। ਲੋਕਰਨ ਚੈਨਲ ਪੰਜਾਬੀ ਦੇ ਘਰੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਪੰਜਾਬੀ ਟ੍ਰਿਬਿਊਨ ਜੀ जी शुक्रिया ਜੀ ਅਮੀਰ ਜੀ, ਜੋ ਕੁਝ ਪਟਿਆਲਾ ਦੇ ਵਿੱਚ ਵਾਪਰਿਆ ਕਾਫੀ ਕੁਝ ਹੁਣ ਤਾਂ ਉਹ ਕਲੀਅਰ ਵੀ ਹੋ ਗਿਆ, ਪਰ ਜੇਕਰ ਆਪਾਂ ਇਹਦੇ ਵਿੱਚ ਨਾਕਾਮਯਾਬੀ ਸਮਝਣੀ ਹੋਵੇ, ਫੇਲੀਅਰ ਸਮਝਣਾ ਹੋਵੇ, ਉਹ ਫੇਲੀਅਰ ਜਦੋਂ ਕਿ ਪਤਾ ਸੀ ਕਿ ਇਹੋ ਜਿਹਾ ਕੁਝ ਵਾਪਰ ਸਕਦਾ। ਇੱਕ ਪੋਸਟ 10 ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਘੁੰਮ ਰਿਹਾ ਸੀ। ਉਸ ਪੋਸਟ ਤੇ ਉਦੋਂ ਸਤਰਕ ਨਾ ਤਾਂ ਪ੍ਰਸ਼ਾਸਨ ਹੋਇਆ ਤੇ ਨਾ ਸਰਕਾਰ। ਆਹ ਘਟਨਾ ਵਾਪਰ ਗਈ। ਉਹ ਘਟਨਾ ਜੋ ਲਗਾਤਾਰ ਅਸੀਂ ਇਤਿਹਾਸ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਨੂੰ ਦੇਖਦੇ ਵੀ ਆਏ ਹਾਂ, ਜੋ ਕੁਝ 84 ਦੇ ਸਮੇਂ ਦੌਰਾਨ ਵਾਪਰਿਆ। ਪਰ ਜੋ ਕਰੰਟ ਇਸ਼ੂ ਹੋਇਆ, ਇਹਦੇ ਵਿੱਚ ਜੋ ਫੇਲੀਅਰ ਹੈ, ਕੀ ਰੋਕਿਆ ਜਾ ਸਕਦਾ ਸੀ? ਜੇਕਰ ਰੋਕਿਆ ਜਾ ਸਕਦਾ ਸੀ, ਪ੍ਰਸ਼ਾਸਨ ਦੀ ਢਿੱਲ ਰਹੀ ਜਾਂ ਫਿਰ ਸਰਕਾਰ ਦੀ ਢਿੱਲ ਰਹੀ? देखो ਇਹਦੇ ਚ ਪਹਿਲਾਂ ਤਾਂ ਸਿਧਾਂਤਕ ਤੌਰ ਤੇ ਸੋਚਣ ਦਾ ਸਵਾਲ ਹੈ ਕਿ ਉਹ ਕਿਹੜੇ ਬੰਦਿਆਂ ਨੇ ਪੋਸਟਰ ਲਾਇਆ, ਕੀ ਲਾਇਆ। ਇੱਕ ਤਾਂ ਪੋਸਟਰ ਆਉਂਦਾ, ਮਤਲਬ ਇੱਕ ਤਾਂ ਬਿਆਨ ਉਧਰੋਂ ਆਉਂਦਾ ਜਿਹੜਾ ਅਮਰੀਕਾ ਤੋਂ ਗੁਰਪਤਵੰਤ ਪੰਨੂ ਦਾ ਹਮੇਸ਼ਾ ਹੀ ਆਉਂਦਾ ਹੈ ਕਿ ਰੈਫਰੈਂਡਮ ਦੇ ਨਾਂ ਤੇ ਆਉਂਦਾ ਕਿ ਰੈਫਰੈਂਡਮ 2020 ਹੈ, ਕਦੇ ਉਸ ਤੋਂ ਬਾਅਦ ਖਾਲਿਸਤਾਨ ਦੇ ਐਲਾਨ ਦੇ ਨਾਂ ਤੇ, ਕਦੇ ਕੋਈ। ਹਾਲਾਂਕਿ ਪੰਜਾਬ ਦੇ ਵਿੱਚ ਰਹਿੰਦੀ ਇੱਕ ਵੀ ਜਥੇਬੰਦੀ ਇਨਕਲੂਡਿੰਗ ਜਿਹੜੇ ਖਾਲਿਸਤਾਨ ਦੀ ਗੱਲ ਵੀ ਕਰਦੇ ਨੇ ਕਿ ਸਾਡਾ ਅਕੀਦਾ ਸਿਮਰਜੀਤ ਮਾਨ ਹੋਵੇ ਜਾਂ ਬਾਕੀ ਹੋਵੇ, ਉਹ ਵੀ ਉਹਦੇ ਨਾਲ ਸਹਿਮਤ ਨਹੀਂ ਹੈ। ਬਾਕੀ ਤਾਂ ਫਿਰ ਉਹਨੂੰ ਤਵੱਜੋ ਕਿਉਂ ਦਿੱਤੀ ਜਾਂਦੀ ਹੈ ਇਸ ਸਟੇਟ ਦੇ ਵਿੱਚ, ਸਟੇਟ ਵੱਲੋਂ ਤੇ ਬਾਕੀ ਦੇ ਲੋਕਾਂ ਵੱਲੋਂ? ਉਹਦੇ ਨਾਂ ਤੇ ਫੜ ਕਈ ਵਾਰ ਮੁੰਡੇ ਅੰਦਰ ਕੀਤੇ ਨੇ, ਕੋਈ ਕਿਤੋਂ, ਜਾਂ ਉਹ ਕਹਿ ਰਹੇ ਨੇ ਵੀ ਉਹ ਪੈਸੇ ਵੀ ਦਿੰਦਾ ਕਈ ਚੀਜ਼ਾਂ ਦੇ ਜਾਂ ਬਾਕੀ ਦੇ ਮਾਮਲੇ। ਤੇ ਜਦੋਂ ਚੀਫ ਮਿਨਿਸਟਰ ਉੱਤੇ ਰਿਐਕਟ ਕਰਦੇ ਨੇ ਜਾਂ ਬਾਕੀ ਦੇ ਪਹਿਲਾਂ ਕਰਦੇ ਨੇ, ਇਹਦਾ ਮਤਲਬ ਤੁਸੀਂ ਉਸ ਬੰਦੇ ਨੂੰ ਹੋਰ ਵੱਡਾ ਕਰ ਰਹੇ ਹੋ, ਉਭਾਰ ਰਹੇ ਹੋ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇੱਕ ਤਾਂ ਉਹ ਸਾਈਡ ਹੈ। ਦੂਜੀ ਸਾਈਡ ਇਹ ਹੈ ਫਿਰ ਉਭਾਰਨ ਦੇ ਪਿੱਛੇ ਹੀ ਕੋਈ ਹੋਰ ਬੰਦਾ ਆਉਂਦਾ ਕਾਊਂਟਰ ਕਰਨ ਦੇ ਲਈ ਵੀ, ਤੇ ਤੁਸੀਂ ਜਾਂ ਸਿੱਖਾਂ ਦੀਆਂ ਕੁਝ ਜਥੇਬੰਦੀਆਂ ਜਾਂ ਕੁਝ ਦੂਜੀਆਂ ਵੱਡੀ ਮੇਜਰ ਜਥੇਬੰਦੀਆਂ ਹੋਰ ਕਿਸੇ ਦੀਆਂ ਹਿੰਦੂਆਂ ਦੀਆਂ ਹੋਰ ਨਹੀਂ ਆਉਂਦੀਆਂ। ਉਹ ਆਉਂਦਾ ਇੱਕ ਇੱਥੇ ਸ਼ਿਵ ਸੈਨਾ ਦਾ ਜਿਹੜਾ ਪੰਜਾਬ 'ਚ ਆਪਾਂ ਨੂੰ ਪ੍ਰੈਕਟੀਕਲੀ ਵਜੂਦ ਕਿੰਨਾ ਕੁ ਸਭ ਨੂੰ ਪਤਾ ਹੀ ਹੈ, ਕੋਈ ਬਹੁਤ ਜ਼ਿਆਦਾ ਬੜੀ ਆਰਗੇਨਾਈਜੇਸ਼ਨ। ਅੱਛਾ, ਨਾ ਹੀ ਉਹ ਕੋਈ ਇੱਥੇ ਦੇ ਹਿੰਦੂਆਂ ਦੀ ਰਿਪਰੈਜ਼ੈਂਟੇਸ਼ਨ ਦੀ ਗੱਲ ਕਰ, ਨਾ ਹੀ ਸ਼ਿਵ ਸੈਨਾ ਦਾ ਹੁਣ ਅਪਰੋਚ ਹੈ। ਤੁਸੀਂ ਅੱਜ ਹੀ ਇੱਕ ਖਬਰ ਇੱਕ ਇੰਟਰਵਿਊ ਛਪੀ ਹੈ ਉद्धਵ ਠਾਕਰੇ ਦੀ, ਜਿਹੜੀ ਸ਼ਿਵ ਸੈਨਾ ਦਾ ਪ੍ਰਧਾਨ ਤੇ ਚੀਫ ਮਿਨਿਸਟਰ ਹੈ ਮਹਾਰਾਸ਼ਟਰ ਦਾ। ਉਹ ਇਹ ਕਹਿ ਰਿਹਾ ਕਿ ਬੀਜੇਪੀ ਸਾਨੂੰ ਹਿੰਦੂ, ਮੇਰੇ ਫਾਦਰ ਜਿਹੜੇ ਸੀ ਬਾਲ ਠਾਕਰੇ, ਉਹਨਾਂ ਨੂੰ ਹਿੰਦੂਤਵੀ ਏਜੰਡੇ ਤੇ ਲਾ ਕੇ ਗੁੰਮਰਾਹ ਕਰਦੀ ਰਹੀ ਹੈ, ਉਹਨਾਂ ਦੇ ਭੋਲੇਪਣ ਦਾ ਫਾਇਦਾ ਉਠਾਉਂਦੀ ਰਹੀ, ਜਦ ਕਿ ਇਹਦਾ ਹਿੰਦੂਤਵ ਨਾਲ ਕੋਈ ਸੰਬੰਧ ਨਹੀਂ। ਬਾਕੀ ਦੀ ਉਹ ਇਹ ਐਲੀਗੇਸ਼ਨ ਵੀ ਲਾ ਰਿਹਾ, ਤੇ ਇਸੇ ਕਰਕੇ ਉਹਨਾਂ ਨੇ ਸਸਪੈਂਡ ਵੀ ਕੀਤਾ ਜਿਹੜਾ ਹਰੀਸ਼ ਸਿੰਗਲਾ ਸੀ। ਤੇ ਹਰੀਸ਼ ਸਿੰਗਲਾ ਨੂੰ ਬਾਡੀਗਾਰਡ ਮਤਲਬ ਆਈਬੀ ਦੀ ਰਿਕਮੈਂਡੇਸ਼ਨ ਤੇ ਮਿਲ ਕੇ ਕਿਹਾ ਜਾਂਦਾ, ਉਹਦੇ 2-3 ਸੀਆਰਪੀ ਦੇ ਬੰਦੇ ਵੀ ਨੇ, ਬਾਕੀ ਪੰਜਾਬ ਪੁਲਿਸ ਦੇ ਨੇ 9 ਬੰਦੇ ਜਾਂ ਬਾਕੀ। ਇਹ ਕੌਣ ਦਿੰਦਾ ਫਿਰ? ਜੇਕਰ ਉਹ ਇਹੋ ਜਿਹੀ ਕਿਹੜੀ ਮਹਾਨ ਹਸਤੀ ਹੈ ਜਿਹਨੇ ਐਡੇ ਵੱਡੇ ਕੰਮ ਕੀਤੇ ਹੋਣ ਤੇ ਉਹਨੂੰ ਕਿਸੇ ਨਾ ਕਿਸੇ ਨਾਲ ਕੋਈ ਖਤਰਾ ਹੋ ਗਿਆ ਹੋਵੇ, ਕੋਈ ਗੱਲ ਹੋਵੇ, ਕੀ ਸਟੇਟ ਉਹਦੇ ਨਾਲ ਇਨਵੋਲਵ ਨਹੀਂ ਹੈ ਕਿਸੇ ਨਾ ਕਿਸੇ ਰੂਪ ਚ? ਡੀਪ ਸਟੇਟ ਪਾਰਟੀ ਕੋਈ ਵੀ ਹੋਵੇ, ਪਾਰਟੀ ਤਾਂ ਅਲੱਗ ਚੀਜ਼ਾਂ ਹੁੰਦੀਆਂ ਨੇ, ਮਤਲਬ ਜਿਹੜੀ ਮੇਨ ਸਟੇਟ ਹੁੰਦੀ ਹੈ, ਜਿਹੜੀ ਅਸਲ ਚ ਰੈਗੂਲਰ ਕੰਮ ਕਰਦੀ ਹੈ, ਉਹਦੇ ਚ ਉਹਦੀ ਕੀ ਰੋਲ ਹੈ? ਫਿਰ ਇਹ ਘਟਨਾ ਜਦੋਂ ਵਾਪਰਦੀ ਹੈ ਦੀ ਸੀਕੁਐਂਸ ਇਹੀ ਹੈ ਕਿ ਉਹਨੇ ਕਿਹਾ ਕਿ ਅਸੀਂ ਖਾਲਿਸਤਾਨ ਵਿਰੋਧੀ ਮਾਰਚ ਕੱਢਾਂਗੇ, ਖਾਲਿਸਤਾਨ ਮਾਰਚ ਦੇ ਵਿਰੋਧ ਦੇ ਵਿੱਚ ਮਾਰਚ। ਤੇ ਜੇ ਪੰਜਾਬ ਦੇ ਵਿੱਚੋਂ ਕਿਸੇ ਜਥੇਬੰਦੀ ਦੀ ਇਹਨਾਂ ਕੋਲ ਕੋਈ ਇਨਪੁਟ ਹੋਵੇ, ਫਲਾਨਾ ਕੱਢ ਰਿਹਾ ਤਾਂ ਹੀ ਤਾਂ ਤੁਸੀਂ ਕੁਝ ਗੱਲ ਕਰੋਗੇ। ਔਰ ਇਹ ਵੀ ਕਿਹਾ ਜਾ ਰਿਹਾ, ਜਿਹੜੀ ਹੁਣ ਤੱਕ ਪ੍ਰਚਾਰ ਆ ਰਿਹਾ ਇਹ ਜਥੇਬੰਦੀਆਂ ਵੱਲੋਂ, ਖਾਸ ਤੌਰ ਤੇ ਪਰਵਾਨੇ ਦੀ ਵੀ ਮੈਂ ਇੱਕ ਗੱਲ ਸੁਣੀ ਆ, ਬਾਕੀ ਕਈਆਂ ਵੱਲੋਂ, ਕਿ ਉਹਨਾਂ ਨੇ ਐਸਐਸਪੀ ਨਾਲ ਗੱਲ ਵੀ ਕਰ ਲਈ ਵੀ ਜੋ ਉਹ ਨਾ ਕੱਢਣ, ਉਹਨਾਂ ਦਾ ਤੁਸੀਂ ਰੋਕ ਦਿਓ, ਸਾਡਾ ਤਾਂ ਕੋਈ ਵਿਚਾਰ ਹੈ ਨਹੀਂ ਕੋਈ ਮਾਰਚ ਕੱਢਣ ਦਾ ਜਾਂ ਖਾਲਿਸਤਾਨੀ ਜਾਂ ਉਸ ਲੈਵਲ। ਤਾਂ ਇਹਦਾ ਮਤਲਬ ਪੁਲਿਸ ਦੇ ਧਿਆਨ 'ਚ ਨੈਗੋਸ਼ੀਏਸ਼ਨ ਤਾਂ ਚੱਲ ਹੀ ਰਹੀ ਸੀ। ਕੋਈ ਐ ਨਹੀਂ ਕਹਿ ਸਕਦੇ ਕਿ ਇੰਟੈਲੀਜੈਂਸ ਜਾਂ ਪੁਲਿਸ ਦੇ ਧਿਆਨ 'ਚ ਨਹੀਂ ਸੀ। ਧਿਆਨ ਤਾਂ ਉਹ ਦੋਨੋਂ ਪੱਖਾਂ ਨਾਲ ਗੱਲਬਾਤ ਦੇ ਵਿੱਚ ਇਨਵੋਲਵ ਸੀ, ਦੋਨਾਂ ਪੱਖਾਂ ਨਾਲ ਗੱਲ ਕਰ ਰਹੀ ਸੀ। ਪਰ ਜੇ ਉਹਨੂੰ ਲੱਗਦਾ ਕਿ ਨਹੀਂ ਹਟਿਆ ਜਾ ਰਿਹਾ ਉਸ ਸਮੇਂ, ਤਾਂ ਬਾਕੀ ਮਾੜੇ ਮੋਟੇ ਮੁਜ਼ਾਹਰੇ ਕਰਨ ਦੇ ਮਾਮਲਿਆਂ ਦੇ ਵਿੱਚ ਕੋਈ ਟੀਚਰਾਂ ਨੇ ਕਰਨਾ ਹੋਵੇ, ਕੋਈ ਬੇਰੁਜ਼ਗਾਰਾਂ ਨੇ ਕਰਨਾ ਹੋਵੇ, ਕੋਈ ਆਂਗਣਵਾੜੀ ਨੇ ਕਰਨਾ ਹੋਵੇ, ਤੁਸੀਂ ਚੱਕ ਕੇ ਇਤਿਹਾਸ ਵਜੋਂ ਬੰਦੇ ਅੰਦਰ ਬੰਦ ਕਰ ਦਿੰਦੇ ਹੋ। ਅਗਲੇ ਦਿਨ ਕਹਿੰਦੇ ਹੋ ਚਾਹੇ ਕਿਸਾਨਾਂ ਨੇ ਕਰਨਾ ਹੋਵੇ, ਉਹ ਕਹਿੰਦੇ ਨੇ ਵੀ ਅੱਜ ਫੜ ਲੈ ਜੀ, ਸ਼ਾਮ ਨੂੰ ਛੱਡ ਦਾਂਗੇ। ਪਾਰਟੀਕੂਲਰ ਡੇ ਤੇ ਹੈ ਨਾ, ਇਹ ਤਾਂ ਉਹ ਚੀਜ਼ਾਂ ਹਾਲਾਂਕਿ ਰੈਗੂਲਰ ਹੁੰਦੀਆਂ ਨੇ। ਇਹ ਪਾਰਟੀਕੂਲਰ ਡੇ ਹੈ ਵੀ 29 ਅਪ੍ਰੈਲ ਹੈ, 29 ਅਪ੍ਰੈਲ ਵਾਲੇ ਦਿਨ ਉਹ 4 ਬੰਦੇ ਫੜ ਕੇ 29 ਸ਼ਾਮ ਨੂੰ ਛੱਡਣ 'ਚ ਇਹਦੇ 'ਚ ਕੀ ਦਿੱਕਤ ਸੀ? ਮਤਲਬ ਪ੍ਰਸ਼ਾਸਨਿਕ ਤੰਤਰ ਜਾਂ ਤਾਂ ਆਪਣੇ ਆਪ ਇਹ ਕਰ ਰਿਹਾ ਸੀ ਜਾਂ ਪੋਲੀਟੀਕਲ ਬੌਸ ਦੀ ਸਿਗਨਲ ਉਡੀਕ ਰਿਹਾ ਹੋਣਾ। ਦੋ ਹੀ ਗੱਲਾਂ ਹੋ ਸਕਦੀਆਂ ਨੇ, ਜਾਂ ਤਾਂ ਕਿਉਂਕਿ ਸਾਡੇ ਅੱਜ ਕੱਲ੍ਹ ਪ੍ਰਸ਼ਾਸਨ
ਆਪ ਕੰਮ ਕਰਨ ਦੀ ਬਜਾਏ ਸਿਆਸੀ ਜਿਹੜੇ ਹੁਕਮਰਾਨ ਨੇ ਉਹਨਾਂ ਦਾ ਸਿਗਨਲ ਕਾਫੀ ਉਡੀਕਦਾ ਕਿ ਉਹ ਕੀ ਕਹਿੰਦੇ ਨੇ, ਅਸੀਂ ਕਰੀਏ ਕੀ, ਕਿਹੋ ਜੀ ਕਾਰਵਾਈ ਕਰੀਏ, ਸਖਤ ਕਰੀਏ, ਨਰਮ ਕਰੀਏ, ਕੀ ਨਾ ਕਰੀਏ, ਉਹ ਸਾਰਾ ਸਵਾਲ। ਤੇ ਇਸੇ ਕਰਕੇ ਹੁਣ ਇਦੋਂ ਬਾਅਦ ਦਿਖਾਈ ਵੀ ਦੇ ਰਿਹਾ, ਇਦੋਂ ਬਾਅਦ ਪਟਿਆਲੇ ਦੀਆਂ ਵੀ ਮੇਜਰ ਜਿਹੜੇ ਹਿੰਦੂ ਲੀਡਰਸ਼ਿਪ ਹੈ ਜਾਂ ਜਥੇਬੰਦੀਆਂ ਨੇ, ਉਹਨੇ ਕਿਹਾ ਵੀ ਇਹਦੇ ਨਾਲ ਇਸ ਮੁੱਦੇ ਤੇ ਸਾਡਾ ਕੋਈ ਸੰਬੰਧ ਨਹੀਂ ਹੈ, ਅਸੀਂ ਤਾਂ ਗਲਤ ਆ। ਸਿੱਖ ਜਥੇਬੰਦੀਆਂ ਦੇ ਵਿੱਚੋਂ ਵੀ ਮੈਜੋਰਿਟੀ ਇਹਦੇ ਨਾਲ ਹੈ ਹੀ ਨਹੀਂ ਕਦੇ ਵੀ ਕਿ ਖਾਲਿਸਤਾਨ ਦਾ ਜਿਹੜਾ ਇੱਕ ਮੁੱਦਾ ਉਹ ਜੇ ਡਿਬੇਟੇਬਲ ਹੈ, ਖਾਲਿਸਤਾਨ ਚਾਹੀਦਾ ਨਹੀਂ ਚਾਹੀਦਾ, ਵਿਚਾਰਕ ਤੌਰ ਤੇ ਉਹ ਗੱਲ। ਪਰ ਇਹਦੇ ਪਿੱਛੇ ਇੱਕ ਹੋਰ ਧਾਰਨਾ ਵੀ ਇਹ ਤਾਂ ਪ੍ਰਸ਼ਾਸਨਿਕ ਗੱਲ ਹੈ, ਪ੍ਰਸ਼ਾਸਨ ਦੀ ਕਮਜ਼ੋਰੀ ਕਿ ਸਮੇਂ ਸਿਰ ਐਕਸ਼ਨ ਨਹੀਂ ਕੀਤਾ ਤੇ ਇੰਨਾ ਵੀ ਨਾ ਵੱਧਦਾ। ਪਰ ਫਿਰ ਵੀ ਇੰਨਾ ਵਧਣ ਦੇ ਮਾਮਲੇ ਦੇ ਵਿੱਚ ਵੀ ਘੱਟੋ ਘੱਟ ਜਾਨੀ ਮਾਲੀ ਨੁਕਸਾਨ ਬਹੁਤਾ ਨਹੀਂ ਹੋਇਆ, ਉਦੋਂ ਤੱਕ ਵੀ ਰੋਕ ਲਿਆ। ਇੰਨੀ ਕੁ ਪ੍ਰਸ਼ਾਸਨ ਦੀ ਇੱਕ ਸਾਨੂੰ ਮੰਨਣਾ ਵੀ ਪਏਗਾ ਮੁਸਤੈਦੀ ਰਹੀ, ਉਹ ਉਸ ਦਿਨ ਕਾਫੀ ਮੁਸਤੈਦੀ ਰਹੀ। ਪਹਿਲਾਂ ਕਾਰਵਾਈ ਜਿਹੜੀ ਕਰਦੇ ਸੀ ਉਹ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ। ਪਰ ਇਹਦੇ ਨਾਲ ਦੀ ਨਾਲ ਤੁਸੀਂ ਦੇਸ਼ 'ਚ ਕੀ ਹੋ ਰਿਹਾ, ਇਹੋ ਜਿਹੀਆਂ ਗੱਲਾਂ ਭੜਕਾਉਣ ਦੇ ਲਈ ਜ਼ਿੰਮੇਵਾਰ ਕੇਵਲ ਇੱਥੋਂ ਦਾ ਪ੍ਰਸ਼ਾਸਨ, ਇੱਥੋਂ ਦੇ 4 ਲੀਡਰ ਨਹੀਂ ਹੈ। ਇਹ ਗੱਲਾਂ ਨੂੰ ਭੜਕਾਉਣ ਦੇ ਵਾਸਤੇ ਪੂਰੇ ਦੇਸ਼ ਦਾ ਮਾਹੌਲ ਬਣਾਇਆ ਜਾ ਰਿਹਾ। ਮਾਹੌਲ ਕਿਵੇਂ ਬਣ ਰਿਹਾ ਹੈ? 4 ਸੂਬਿਆਂ ਦੇ ਵਿੱਚ ਰਾਮਨੌਮੀ ਦੇ ਉੱਤੇ, ਹਨੂਮਾਨ ਜਯੰਤੀ ਦੇ ਉੱਤੇ, ਵੱਖ-ਵੱਖ ਥਾਵਾਂ ਦੇ ਉੱਤੇ ਕਾਫਲੇ ਮਾਰਚ ਜੇ ਹੁੰਦੇ ਨੇ ਤਾਂ ਸਟੇਟ ਸਪਾਂਸਰ ਨਾਲ ਲੱਗ ਕੇ ਸਟੇਟ ਕੀ ਕਰਦੀ ਹੈ, ਇੱਕ ਭਾਈਚਾਰੇ ਦੇ ਦੁਕਾਨਾਂ ਤੇ ਘਰ ਬਲਡੋਜ਼ਰ ਨਾਲ ਢਾਏ ਜਾਂਦੇ ਨੇ। ਇੱਕੋ ਪੈਟਰਨ ਹੈ, ਐ ਨਹੀਂ ਕਿ ਵੱਖ-ਵੱਖ 'ਚ ਹੈ। ਮੱਧ ਪ੍ਰਦੇਸ਼ ਸੇਮ ਪੈਟਰਨ ਹੈ ਔਰ ਯੂਪੀ 'ਚ ਸੇਮ ਪੈਟਰਨ ਹੈ, ਦਿੱਲੀ 'ਚ ਸੇਮ ਪੈਟਰਨ ਹੈ, ਇੱਕੋ ਤਰੀਕੇ ਦੇ ਨਾਲ। ਉਹ 'ਚ ਸੁਪਰੀਮ ਕੋਰਟ ਨੂੰ ਦਖਲ ਦੇਣਾ ਪੈਂਦਾ, ਸੁਪਰੀਮ ਕੋਰਟ ਨੂੰ ਇਹ ਕਹਿਣਾ ਪੈਂਦਾ ਕਿ ਤੁਸੀਂ ਇਹ ਕੀ ਕਰ ਰਹੇ ਹੋ। ਉਹਦੇ ਆਰਡਰ ਦੇ ਬਾਵਜੂਦ ਬਲਡੋਜ਼ਰ ਚੱਲਦਾ ਜਾਂਦਾ ਹੈ। ਲੋਕ ਦਿਖਾ ਰਹੇ ਨੇ ਕਿ ਆਹ ਦੇਖੋ ਜੀ ਸਾਡੇ ਕੋਲ ਤਾਂ ਸੁਪਰੀਮ ਕੋਰਟ ਦਾ ਆਰਡਰ ਹੈ। ਫਿਰ ਸੁਪਰੀਮ ਕੋਰਟ ਨੇ ਜੋ ਸਖਤ ਟਿੱਪਣੀਆਂ ਕੀਤੀਆਂ ਨੇ ਉਹ ਬਹੁਤ ਇੰਪੋਰਟੈਂਟ ਨੇ ਕਿ ਸਟੇਟ ਕੀ ਕਰ ਰਹੀ ਹੈ, ਕੀ ਸਟੇਟ ਇੱਥੇ ਦੰਗਾ ਫਸਾਦ ਕਰਾਉਣ 'ਚ ਇੰਟਰਸਟਡ ਹੈ। ਸਟੇਟ ਜੇ ਨਾਲ ਮਿਲੀ ਹੈ, ਕੀ ਜੇ ਇੱਕ ਵਰਗ ਦੇ ਖਿਲਾਫ ਹੀ ਸਟੇਟ ਚੱਲੂਗੀ, ਦੂਜੇ ਦੇ ਨੂੰ ਪ੍ਰੋਟੈਕਟ ਕਰੇਗੀ। ਜਦੋਂ FIR ਵੀ ਦਰਜ ਹੁੰਦੀਆਂ ਨੇ ਉੱਥੇ ਇਹੀ ਹੁੰਦੀਆਂ ਨੇ ਕਿ ਜਿਹੜੀ ਸਾਈਡ ਕ੍ਰਾਈਮ ਕਰਨ ਦੇ ਲਈ ਦੂਜੀ ਓਡੀ ਵੱਡੀ ਦੋਸ਼ੀ ਹੈ ਉਹਦਾ ਸਨਮਾਨ ਵੀ ਹੁੰਦਾ ਹੈ, ਤੇ ਇੱਕ ਸਾਈਡ ਤੇ ਤੁਸੀਂ UAPA ਲਾ ਦਿੰਦੇ ਹੋ, ਵੱਖ-ਵੱਖ NIA ਲਾ ਦਿੰਦੇ ਹੋ, ਜੋ ਵੀ ਮਰਜ਼ੀ ਲਾ ਦਿੰਦੇ ਹੋ। ਇਹ ਇੱਕ ਸਟੇਟ ਦੇ ਅੱਖ 'ਚ ਤੀਰ ਜਿਹੜਾ ਹੁੰਦਾ ਹੈ, ਜਦੋਂ ਉਹਦੀ ਅਪਰੋਚ ਦੇ ਵਿੱਚ ਪ੍ਰੋਬਲਮ ਆ ਜੇ ਤਾਂ ਇਸੇ ਤਰ੍ਹਾਂ ਹਰਿਦੁਆਰ ਦੇ ਵਿੱਚ ਧਰਮ ਸੰਸਦ ਹੋਈ। ਧਰਮ ਸੰਸਦ ਦੇ ਵਿੱਚ ਇੱਕ ਲੀਡਰ ਬੋਲਦਾ, ਇੱਕ ਬੰਦਾ ਬੋਲਦਾ ਕਿ ਇਹਨੂੰ ਅਸੀਂ ਹਿੰਦੂ ਰਾਸ਼ਟਰ ਬਣਾਉਣਾ। ਤਾਂ ਪੁਲਿਸ ਕਮਿਸ਼ਨਰ ਦੀ ਐਫੀਡੈਵਿਟ ਜਾਂਦਾ ਸੁਪਰੀਮ ਕੋਰਟ ਦੇ ਵਿੱਚ, ਹਲਫੀਆ ਬਿਆਨ। ਉਹ ਕਹਿੰਦਾ ਜੀ ਉਹਨੇ ਕੋਈ ਇਤਰਾਜ਼ਯੋਗ ਗੱਲ ਨਹੀਂ ਕੀਤੀ, ਉਹਨੇ ਹਿੰਦੂ ਰਾਸ਼ਟਰ ਤਾਂ ਆਪਦੇ ਹੀ ਧਰਮ ਲਈ ਗੱਲ ਕੀਤੀ ਹੈ, ਕਿਸੇ ਦੂਜੇ ਧਰਮ ਦਖਲ ਦੇਣ ਦੀ ਗੱਲ ਨਹੀਂ ਕੀਤੀ। ਇਸ ਲਈ ਇਹ ਗੱਲ ਕੋਈ ਨੋਟਿਸ ਲੈਣ ਯੋਗ ਨਹੀਂ ਹੈ, ਇਹ ਗੱਲ ਕੋਈ ਇਤਰਾਜ਼ਯੋਗ ਨਹੀਂ। ਜੇ ਹਿੰਦੂ ਰਾਸ਼ਟਰ ਦੀ ਗੱਲ ਇਤਰਾਜ਼ਯੋਗ ਨਹੀਂ ਤਾਂ ਫਿਰ ਸਿੱਖ ਰਾਸ਼ਟਰ ਦੀ ਕਿਵੇਂ ਇਤਰਾਜ਼ਯੋਗ ਹੋ ਜਾਏਗੀ? ਫਿਰ ਮੁਸਲਮਾਨ ਕੋਈ ਆਪਣਾ ਕਹਿਣਗੇ ਉਹ ਇਤਰਾਜ਼ਯੋਗ ਕਿਵੇਂ ਹੋ ਜਾਏਗੀ? ਫਿਰ ਬਾਕੀ ਕਿਵੇਂ ਇਤਰਾਜ਼ਯੋਗ ਚੀਜ਼ਾਂ ਹੋ ਜਾਣਗੀਆਂ? ਮਤਲਬ ਜਦ ਸਟੇਟ ਮਿਲ ਕੇ ਉਹੀ, ਜਦ ਤਾਂ ਸਟੇਟ ਜਿਹੜੀ ਕਹਿੰਦੀ ਹੈ ਸੈਕੂਲਰ ਸਟੇਟ ਹੈ, ਕਨਸਟੀਟਿਊਸ਼ਨ ਹੈ, ਲਾ ਹੈ, ਰੂਲ ਆਫ ਲਾ ਹੈ, ਕਾਨੂੰਨ ਸਭ ਤੇ ਬਰਾਬਰ ਲਾਗੂ ਹੁੰਦਾ ਹੈ। ਜੇ ਬਰਾਬਰ ਲਾਗੂ ਹੁੰਦਾ ਹੋਵੇ ਤਾਂ ਇਹੋ ਜਿਹੀਆਂ ਕਾਰਵਾਈਆਂ ਨਹੀਂ ਹੁੰਦੀਆਂ, ਘੱਟ ਹੁੰਦੀਆਂ ਨੇ, ਔਰ ਸਟੇਟ ਤੋਂ ਬਿਨਾਂ ਸੰਭਵ ਹੈ ਨਹੀਂ। ਤੇ ਅੱਜ ਵੀ ਜਿਹੜੇ ਬੰਦੇ ਕੋਲ ਉਨੇ ਹੀ ਬਾਡੀਗਾਰਡ ਹੋਣ, ਉਹਨੂੰ ਪ੍ਰੋਟੈਕਸ਼ਨ ਹੋਵੇ, ਤਾਂ ਲੋਕਾਂ ਦੀ ਨਜ਼ਰ 'ਚੋਂ ਸਟੇਟ ਦਾ ਹੀ ਵੱਡਾ ਬੰਦਾ ਹੁੰਦਾ ਅਸਲ ਦੇ ਵਿੱਚ। ਜਿਹੜੇ ਮਤਲਬ ਇਹ 'ਚ ਸਿਕਿਉਰਿਟੀ ਦਾ ਰੀਜਨ ਨਹੀਂ ਹੁੰਦਾ, ਇਹ ਰੁਤਬੇ ਦਾ ਰੀਜਨ ਹੁੰਦਾ। ਇਹਦੇ ਵਿੱਚ ਬਾਡੀਗਾਰਡ ਦਾ ਮਤਲਬ ਹੈ ਕਿ ਤੁਹਾਡਾ ਰੁਤਬਾ, ਤੁਹਾਡੀ ਸਟੇਟ 'ਚ ਕਿੰਨੀ ਚੱਲਦੀ ਹੈ, ਤੁਹਾਡੀ ਸਟੇਟ ਕਿੰਨਾ ਖਿਆਲ ਰੱਖਦੀ ਹੈ। ਤੇ ਬਾਡੀਗਾਰਡ ਦਾ ਮਤਲਬ ਕੋਈ ਇਹ ਨਹੀਂ ਚਾਹੇ ਕੁੱਤਾ ਨਾ ਵੱਢੇ ਕਿਸੇ ਆਮ ਬੰਦੇ ਨੂੰ ਜਾ ਕੇ, ਜਿਹੜਾ ਬੰਦਾ ਉਹ ਵੀ ਜਦੋਂ ਨਹੀਂ ਫਿਰਦੇ ਨੇ, ਤਾਂ ਇਹ ਇੱਕ ਕ੍ਰਾਈਸਿਸ ਹੈ ਸਾਡੀ ਸੋਸਾਇਟੀ ਦਾ। ਇਸ ਮਾਹੌਲ 'ਚੋਂ ਇਹ ਚੀਜ਼ਾਂ ਅੱਜ ਦੀ ਹੋਗੀ ਤਾਂ ਕੱਲ ਵੀ ਹੋਣਗੀਆਂ। ਜੇਕਰ ਮਾਹੌਲ ਤੇ ਡਿਸਕਸ ਨਹੀਂ ਹੋਏਗੀ, ਉਹ ਮਾਹੌਲ ਨਹੀਂ ਬਦਲਿਆ ਜਾਏਗਾ, ਸਟੇਟ ਆਪਣਾ ਸੁਭਾਅ ਨਹੀਂ ਬਦਲੇਗੀ, ਔਰ ਇਸੇ ਤਰ੍ਹਾਂ ਦੇ ਇਹੋ ਜਿਹੇ ਬੰਦਿਆਂ ਦੀ ਪ੍ਰੋਟੈਕਸ਼ਨ ਬੰਦ ਨਹੀਂ ਹੋਏਗੀ, ਔਰ ਉਹ ਸਾਰੇ ਮਾਮਲਿਆਂ ਨੂੰ ਇੱਕ ਨਜ਼ਰ ਨਾਲ ਦੇਖਿਆ ਨਹੀਂ ਜਾਏਗਾ, ਫਿਰ ਇਹ ਚੀਜ਼ਾਂ ਐਸੇ ਤਰੀਕੇ ਨਾਲ ਵਾਪਰਦੀਆਂ ਰਹਿਣਗੀਆਂ। ਕੱਲੇ ਪ੍ਰਸ਼ਾਸਨ ਤੇ ਵੀ ਛੱਡ ਦਿਓ, ਇਹ ਵੀ ਗੱਲ ਵਾਜਬ ਨਹੀਂ ਹੈ। ਇਹਦੇ ਪਿੱਛੇ ਉਹ ਵੱਡੀ ਪੋਲਿਟਿਕਸ ਹੈ। ਪ੍ਰਸ਼ਾਸਨ ਉਹਦੇ ਕਰਿੰਦੇ ਦੇ ਤੌਰ ਤੇ ਕੰਮ ਕਰਦਾ ਹਮੇਸ਼ਾ, ਜਿਹੋ ਜਿਹਾ ਪ੍ਰਸ਼ਾਸਨ ਕਰਦਾ। ਉੱਥੇ ਵੀ ਕਮਿਸ਼ਨਰ, ਡਿਪਟੀ ਕਮਿਸ਼ਨਰ ਸਾਰੇ ਖੜੇ ਨੇ ਜਦੋਂ ਬਲਡੋਜ਼ਰ ਚੱਲ ਰਹੇ ਹੁੰਦੇ ਨੇ, ਤੇ ਉਹ ਪ੍ਰਸ਼ਾਸਨ ਦੀ ਸਹਿ ਹੁੰਦੀ ਹੈ। ਜਦੋਂ ਕਿਸੇ ਸਟੇਟ ਦਾ ਹੋਮ ਮਿਨਿਸਟਰ ਕਹਿੰਦਾ ਕਿ ਐਵੇਂ ਹੀ ਹੋਊਗਾ, ਕੱਲ ਨੂੰ ਇਦੋਂ ਵੀ ਜ਼ਿਆਦਾ ਹੋਊਗਾ, ਤਾਂ ਕੀ ਔਕਾਤ ਹੈ ਕਿਸੇ SSP ਦੀ, ਕੀ ਔਕਾਤ ਹੈ ਕਿਸੇ ਡਿਪਟੀ ਕਮਿਸ਼ਨਰ ਦੀ ਕਿ ਉਹਦੇ ਉੱਪਰ ਪਵੇ? ਲਖੀਮਪੁਰ ਖੀਰੀ ਦੇ ਵਿੱਚ ਕੀ ਹੋਇਆ? ਲਖੀਮਪੁਰ ਖੀਰੀ ਦੇ ਵਿੱਚ ਕਿਸਾਨ ਦਰੜ ਕੇ ਮਾਰਤੇ ਨੇ, ਤੇ ਮਿਨਿਸਟਰੀ ਆਫ ਹੋਮ ਅਫੇਅਰ ਦੇ ਵਿੱਚ ਅਜੇ ਬੰਦਾ ਬੈਠਾ, ਮੰਤਰੀ ਬਣਿਆ ਬੈਠਾ ਹੈ,
ਤੇ ਕੀ ਔਕਾਤ ਹੈ ਕਿਸੇ ਜਾਂਚ ਏਜੰਸੀਆਂ ਦੀ ਤੇ ਬਾਕੀਆਂ ਦੀ, ਉਹ ਕੀ ਕਰ ਦੇਗਾ। ਜਿਹੜਾ ਵੱਡੇ ਦਾਇਰੇ ਦਾ ਅਪਰੋਚ ਦਾ ਸਵਾਲ ਹੈ, ਉਸ ਦਾਇਰੇ 'ਚ ਡਿਸਕਸ ਕਰਨ ਵਾਲੀਆਂ ਘਟਨਾਵਾਂ ਨੇ। ਬਹੁਤ ਸੀਮਿਤ ਦਾਇਰੇ ਦੇ ਵਿੱਚ ਅਸੀਂ ਕਿਸੇ ਇੱਕ ਅਧਿਕਾਰੀ, ਕਿਸੇ ਦੋ ਅਧਿਕਾਰੀਆਂ ਨੂੰ ਕਹਿੰਦੇ, ਠੀਕ ਹੈ, ਇਮੀਡੀਏਟ ਉਹਨਾਂ ਦਾ ਰੋਲ ਹੋ ਸਕਦਾ, ਇਮੀਡੀਏਟ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ, ਜੋ ਵੀ ਹੋਵੇ। ਪਰ ਜਿਹੜੇ ਦਾ ਵੱਡਾ ਰੋਲ ਹੁੰਦਾ ਹੈ, ਉਹ ਹਮੇਸ਼ਾ ਸੇਫ ਰਹਿ ਜਾਂਦੇ ਨੇ, ਉਹਨਾਂ ਤੇ ਕੋਈ ਉਂਗਲੀ ਨਹੀਂ ਉੱਠਦੀ, ਉਹਨਾਂ ਤੇ ਕੋਈ ਚਰਚਾ ਨਹੀਂ। ਉਹਦੇ ਪ੍ਰਿਜ਼ਮ ਚੋਂ ਹੀ ਸਾਨੂੰ ਪਟਿਆਲੇ ਦਾ ਇੰਸੀਡੈਂਟ ਦੇਖਣਾ ਚਾਹੀਦਾ। ਜੀ ਬਿਲਕੁਲ। ਪਰ ਜਦੋਂ ਹਮੀਰ ਸਿੰਘ ਜੀ ਕਿਤੇ ਨਾ ਕਿਤੇ ਇਹ ਘਟਨਾਵਾਂ ਅਚਨਚੇਤਾਂ ਵਾਪਰਦੀਆਂ ਨੇ, ਕਿਸੇ ਰੂਮ ਦੇ ਵਿੱਚ ਬੈਠ ਕੇ ਸਾਰੇ ਆਹ ਡਰਾਇੰਗ ਕੰਮ ਕੀਤਾ ਜਾਂਦਾ, ਪਰ ਜੋ ਫਿਰ ਪੋਜ਼ਿਟਿਵ ਹੁੰਦਾ ਸਰਕਾਰਾਂ ਦੇ ਲਈ, ਇਹ ਸਭ ਕਾਸੇ ਦੇ ਵਿੱਚੋਂ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਇੱਕ ਪਰਸੈਪਸ਼ਨ ਘੜੀ ਜਾ ਰਹੀ ਹੈ ਦੇਸ਼ ਲੈਵਲ ਦੇ ਉੱਤੇ, ਵੰਡਣ ਦੀ, ਧਰਮਾਂ ਦੇ ਨਾਂ ਦੇ, ਜਾਤਾਂ ਦੇ ਨਾਂ ਦੇ ਉੱਤੇ। ਲਖੀਮਪੁਰ ਘਟਨਾ ਦਾ ਤੁਸੀਂ ਜ਼ਿਕਰ ਕੀਤਾ। ਹੁਣ ਸਰਕਾਰਾਂ ਨੂੰ ਕਿਤੇ ਨਾ ਕਿਤੇ, ਭਾਵੇਂ ਧਰਮਾਂ ਦੀ ਆਹ ਵੰਡ ਹੈ, ਸੂਟ ਤਾਂ ਕਰਦਾ ਨਾ ਆਹ ਜੋ ਪਟਿਆਲਾ ਦੇ ਵਿੱਚ ਜੋ ਕੁਛ ਵਾਪਰਿਆ, ਕਿਤੇ ਨਾ ਕਿਤੇ ਭਾਵੇਂ ਕਿਸੇ ਸਟੇਟ ਦੇ ਸਰਕਾਰ ਦੇ ਜਾਂ ਫਿਰ ਇੰਡੀਅਨ ਸਟੇਟ ਦੇ ਸਰਕਾਰ ਦੇ ਵਿੱਚ ਪੱਖ ਦੇ ਵਿੱਚ ਤਾਂ ਭੁਗਤਦੀਆਂ ਇਹ ਗੱਲਾਂ, ਪਰ ਕਿਉਂ ਉਹ ਰੋਕਣ ਦੀ ਕੋਸ਼ਿਸ਼ ਕਰਨਗੇ। ਨਹੀਂ, ਰੌਲਾ ਹੀ ਇਹੀ ਹੈ, ਫਿਰ ਸਰਕਾਰ ਨੇ ਸਮਾਜ ਬਿਹਤਰ ਬਣਾਉਣਾ ਜਾਂ ਸਰਕਾਰ ਨੇ ਸਮਾਜ ਵਿਗਾੜਨਾ ਹੈ। ਸਰਕਾਰਾਂ ਵਿਗਾੜਨ ਲਈ ਹੁੰਦੀਆਂ ਨੇ ਜਾਂ ਬਿਹਤਰ ਬਣਾਉਣ ਲਈ ਹੁੰਦੀਆਂ। ਜੇ ਸਰਕਾਰਾਂ ਗੁੰਡਾਗਰਦੀ ਤੇ ਉਤਰੇ ਆਉਣਗੀਆਂ, ਸਾਜ਼ਿਸ਼ ਕਰਨ ਤੇ ਉਤਰੇ ਆਉਣਗੀਆਂ, ਇੱਕ ਧਿਰ ਨੂੰ ਥਾਪੜਾ ਦੇਣ ਤੇ ਉਤਰੇ ਆਉਣਗੀਆਂ, ਤਾਂ ਕਿਹੜਾ ਸਮਾਜ ਤੇ ਕਿਹੜਾ ਦੇਸ਼ ਬਣੂਗਾ। ਤੁਸੀਂ ਆਪਣੇ ਆਪ ਨੂੰ ਸਭ ਤੋਂ ਬੜੇ ਦੇਸ਼ ਭਗਤ, ਤੁਸੀਂ ਸਭ ਤੋਂ ਬੜੇ ਮਾਨਵੀ, ਤੁਸੀਂ ਸਭ ਤੋਂ ਬੜੇ ਸੁਚੱਜੇ ਪ੍ਰਸ਼ਾਸਕ, ਇਹ ਸਾਰੀਆਂ ਚੀਜ਼ਾਂ ਕਹਾਉਂਦੇ ਹੋ, ਪਰ ਜੇ ਬਿਲਕੁਲ ਉਦੋਂ ਉਲਟ ਚਾਲ ਤੇ ਉਲਟ ਦਿਸ਼ਾ 'ਚ ਜਾ ਰਹੇ ਹੋ, ਤਾਂ ਲੋਕਾਂ ਦੀ ਨਜ਼ਰ 'ਚ ਨੰਗੇ ਤਾਂ ਹੋਣੇ ਚਾਹੀਦੇ ਹੋ ਨਾ, ਕਿ ਤੁਸੀਂ ਕੀ ਕਰ ਰਹੇ ਹੋ ਅਸਲ 'ਚ। ਤੁਸੀਂ ਕੇਵਲ, ਤੁਹਾਨੂੰ ਆਪਣੀ ਵੋਟ ਦੇ ਬਿਨਾਂ ਕੁਝ ਦਿਖਾਈ ਨਹੀਂ ਦਿੰਦਾ, ਦੇਸ਼ ਢੱਠੇ ਕੁਚ ਪਏ, ਲੋਕਾਂ 'ਚ ਦੰਗੇ ਹੋਣ, ਲੋਕ ਅਨਪੜ੍ਹ ਰਹਿ ਜਾਣ, ਲੋਕ ਬੇਰੁਜ਼ਗਾਰ ਰਹਿ ਜਾਣ, ਲੋਕਾਂ ਦੇ ਘਰ ਫੁੱਕ ਜਾਣ, ਢਾਹੇ ਜਾਣ, ਤੁਹਾਨੂੰ ਇਹਦਾ ਮਤਲਬ ਕੋਈ ਲਾਗਾ ਦੇਗਾ ਨਹੀਂ ਹੈ। ਔਰ ਇਸੇ ਸਰਕਾਰ ਦੇ ਵਿੱਚ ਜੇ ਪਟਿਆਲੇ ਦੀ ਵੀ ਆਪਾਂ ਗੱਲ ਕਰੀਏ, ਚੋਣਾਂ ਤੋਂ ਪਹਿਲਾਂ ਇੱਕ ਅਮਨ ਮਾਰਚ ਹੋਇਆ ਸੀ, ਚੋਣਾਂ ਤੋਂ ਪਹਿਲਾਂ। ਬਿਲਕੁਲ। ਤੇ ਉਹ ਅਮਨ ਮਾਰਚ ਜਿਹੜੀ ਹੁਣ ਵਿਨਿੰਗ ਪਾਰਟੀ ਆ ਉਹਨੇ ਕੀਤਾ ਸੀ, ਜਿਹੜੀ ਹੁਣ ਸੱਤਾ ਦੇ ਵਿੱਚ ਹੈ। ਤੇ ਜੇ ਉਹਨਾਂ ਨੂੰ ਲੱਗਦਾ ਸੀ ਪਟਿਆਲੇ ਦੇ, ਉਹਨਾਂ ਨੂੰ ਉਦੋਂ ਕਿੱਥੇ ਪਤਾ ਲੱਗ ਗਿਆ ਸੀ ਕਿ ਅਮਨ ਮਾਰਚ ਕੋਈ ਦੰਗਾ ਹੋਇਆ ਸੀ ਪਟਿਆਲੇ 'ਚ, ਕੋਈ ਟਕਰਾਅ ਹੋਇਆ ਸੀ, ਕੋਈ ਪੰਜਾਬ ਦੇ ਵਿੱਚ ਲੋਕ ਡਾਂਗਾ ਲੈ ਕੇ ਇੱਕ ਦੂਜੇ ਦੇ ਖਿਲਾਫ ਧਾਰਮਿਕ ਤੌਰ ਤੇ ਖੜੇ ਸੀ। ਉਦੋਂ ਤੱਕ ਕਿਹੜੀ ਘਟਨਾ ਸੀ ਕਿ ਜਿਹਦੇ ਨਾਲ ਅਮਨ ਕਰਨਾ ਚਾਹੀਦਾ। ਹੁਣ ਜਦੋਂ ਉਹ ਬਾਹਰ ਦਾ ਇੱਕ ਚੈਲੰਜ ਇੱਕ ਦੂਜੇ ਨੂੰ ਹੋ ਰਹੇ ਨੇ, ਉਦੋਂ ਉਹ ਅਮਨ ਮਾਰਚ ਵਾਲੀ ਤੇ ਕਿੱਧਰ ਗਈ। ਉਦੋਂ ਅਮਨ ਮਾਰਚ ਕਿਉਂ ਨਹੀਂ ਕੀਤਾ? ਪਾਰਟੀ ਉਹ ਕਰ ਦਿੰਦੀ, ਉਦੋਂ 2 ਦਿਨ ਪਹਿਲਾਂ ਕਰ ਦਿੰਦੀ। ਪਾਰਟੀ ਨੂੰ ਇੰਨੀਆਂ ਵੋਟਾਂ ਮਿਲੀਆਂ ਨੇ, ਇੰਨੇ ਵੱਡੇ ਪੱਧਰ ਤੇ ਸੁਸਾਇਟੀ ਤੁਹਾਡੇ ਨਾਲ ਹੈ, 1000 ਬੰਦਾ ਜਦ ਮਰਜ਼ੀ ਕੱਢ ਕੇ ਤੁਸੀਂ ਅਮਨ ਜਲੂਸ ਕੱਢ ਸਕਦੇ ਸੀ ਇਹਦੇ ਪੈਰਲਲ ਤੋਂ ਪਹਿਲਾਂ। ਉਹ ਗੱਲਾਂ ਜਿਹੜੀਆਂ ਵੋਟਾਂ ਤੋਂ ਪਹਿਲਾਂ ਹੁੰਦੀਆਂ ਨੇ, ਉਹ ਵੋਟਾਂ ਤੋਂ ਬਾਅਦ ਕਿਉਂ ਨਹੀਂ ਹੁੰਦੀਆਂ? ਔਰ ਸਾਰੇ ਤੁਹਾਡੇ ਐਮਐਲਏ ਜਿੱਤੇ ਨੇ, ਤੁਹਾਡਾ ਸਾਰੇ ਸੈਟਅਪ ਨੇ, ਆਲੇ ਦੁਆਲੇ ਬੈਠੇ ਨੇ, ਫਿਰ ਕੀ ਕਰ ਰਹੇ ਨੇ? ਇਹ ਸਵਾਲ ਤਾਂ ਪੁੱਛਿਆ ਜਾਣਾ ਚਾਹੀਦਾ ਕਿ ਤੁਸੀਂ ਉਸ ਸਮੇਂ ਅਗਵਾਈ ਕਰਕੇ ਕਿਉਂ ਨਹੀਂ ਆਏ। ਔਰ ਜਿਹੜੀਆਂ ਗੱਲਾਂ ਜਦੋਂ ਦੰਗੇ ਹੋ ਰਹੇ ਹੁੰਦੇ ਨੇ, ਉਦੋਂ ਦੰਗਿਆਂ ਦੇ ਵਿੱਚ ਜਾ ਕੇ ਖੜਨਾ ਲੀਡਰ ਦਾ ਕੰਮ ਹੁੰਦਾ ਹੈ, ਜਾਂ ਛੁਪ ਕੇ ਮਰ ਜਾਣ ਤੋਂ ਬਾਅਦ ਜਾ ਕੇ ਪੋਚਾ ਪਾਚੀ ਕਰਨਾ ਕੰਮ ਹੁੰਦਾ? ਲੀਡਰਸ਼ਿਪ ਅਸਲ 'ਚ ਉਹ ਹੁੰਦੀ ਹੈ ਜਿਹੜੇ ਮੱਚਦੀ ਅੱਗ ਦੇ ਵਿੱਚ। ਹੁਣ ਕਿਸੇ ਦੇ ਅੱਗ ਲੱਗੀ ਹੋਈ ਹੈ ਫਸਲ ਨੂੰ, ਤੁਸੀਂ ਬੈਠੇ ਹੋ ਕਿ ਮੈਂ ਬਹੁਤ ਦੁਖੀ ਹਾਂ ਜੀ, ਫਲਾਨਾ ਬੰਦੇ ਉੱਥੇ ਜਿੰਨੇ ਜੋਗੇ ਹੈਗੇ ਜਾ ਬਾਲਟੀਆਂ ਲਿਜਾ ਕੇ ਉਹਨੂੰ ਬੁਝਾ ਰਹੇ ਨੇ। ਉਹ ਬਾਲਟੀਆਂ ਵਾਲੇ ਮੇਨ ਬੰਦੇ ਨੇ। ਉਹ ਲੀਡਰਸ਼ਿਪ ਉਹੀ ਜੀ ਚਾਹੀਦੀ ਹੈ, ਜਾਂ ਇਹ ਲੀਡਰਸ਼ਿਪ ਚਾਹੀਦੀ ਹੈ ਜਿਹੜੀ ਅੰਦਰ ਬੈਠ ਕੇ ਬੈਠ ਜੂਗੀ ਤੇ ਬਾਅਦ ਦੇ ਵਿੱਚ ਅਮਨ ਮੀਟਿੰਗਾਂ ਕਰੂਗੀ ਸਭ ਕੁਝ ਵਾਪਰਨ ਤੋਂ ਬਾਅਦ? ਜਦ ਤਾਂ ਤੁਹਾਨੂੰ ਪਤਾ ਨਾ ਲੱਗੇ। ਕਈ ਘਟਨਾਵਾਂ ਐਸੀਆਂ ਹੁੰਦੀਆਂ ਨੇ ਅਚਾਨਕ ਹੋ ਜਾਂਦੀਆਂ ਨੇ, ਉਹ 'ਚ ਨਹੀਂ ਤੁਸੀਂ ਕਰ ਸਕਦੇ, ਤੁਹਾਡੇ ਤੱਕ ਸੂਚਨਾ ਵੀ ਨਹੀਂ ਹੁੰਦੀ, ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਿ ਇਹੋ ਜਿਹਾ ਕੁਝ ਵਾਪਰ ਸਕਦਾ। ਉੱਥੇ ਮਤਲਬ ਬੈਨੀਫਿਟ ਆਫ ਡਾਊਟ ਦਿੱਤਾ ਜਾ ਸਕਦਾ, ਤੁਹਾਨੂੰ ਇਹਦਾ ਲਾਭ ਦਿੱਤਾ ਜਾ ਸਕਦਾ ਵੀ ਤੁਹਾਨੂੰ ਕਿਹੜਾ ਪਤਾ ਸੀ, ਤੁਸੀਂ ਕਿਵੇਂ ਕਰਦੇ। ਜਦ ਹਫ਼ਤੇ ਤੋਂ ਅਖਬਾਰਾਂ 'ਚ ਖਬਰਾਂ ਨੇ, ਬਾਕੀ ਚੀਜ਼ਾਂ ਨੇ, ਜੇ ਬਹੁਤ ਸਾਰਾ, ਉੱਥੇ ਪ੍ਰਸ਼ਾਸਨ ਔਰ ਪਾਰਟੀ ਸੱਤਾ 'ਚ, ਇਹ ਦੋਨਾਂ ਦਾ ਰੋਲ ਤਾਂ ਬਹੁਤ ਵੱਡਾ ਹੋ ਜਾਂਦਾ ਹੈ। ਫਿਰ ਖਾਸ ਤੌਰ ਤੇ ਉਹਨਾਂ ਧਿਰਾਂ ਦੀਆਂ, ਜਿਵੇਂ ਇਹ ਕਰ ਰਹੇ ਸੀ ਹਰੀਸ਼ ਸਿੰਘਲਾ, ਤਾਂ ਜਿਹੜੀਆਂ ਵੀ ਹਿੰਦੂ ਧਰਮ ਨਾਲ ਸੰਬੰਧਿਤ ਪੀਸਫੁਲ ਆਰਗੇਨਾਈਜੇਸ਼ਨਾਂ ਨੇ, ਇਹ ਉਹਦੇ ਨਾਲ ਗੱਲ ਕਰਦੀਆਂ ਬੈਠ ਕੇ। ਜੇ ਦੂਜੀ ਧਿਰ ਕਰਦੀ ਸੀ, ਉਹਨਾਂ ਦੀਆਂ ਜਥੇਬੰਦੀਆਂ ਉਹਨਾਂ ਨਾਲ ਗੱਲ ਕਰਦੀਆਂ ਬੈਠ ਕੇ ਵੀ ਆਪਾਂ ਇਹਨੂੰ ਕਿਵੇਂ ਨਿਪਟਾਉਣਾ। ਉੱਥੇ ਨਾ ਜਾਓ। ਪੰਜਾਬ ਦੇ ਵਿੱਚ ਤਾਂ ਬੜਾ ਪਿਛੋਕੜ ਦੇ ਵਿੱਚ, ਪੰਜਾਬ ਕਦੇ ਦੰਗਿਆਂ ਲਈ ਜਾਣਿਆ ਨਹੀਂ ਜਾਂਦਾ। 47 ਦਾ ਦੰਗਾ ਛੱਡ ਦੋ, ਪੰਜਾਬ ਨੂੰ ਤੁਸੀਂ ਅਕਸਰ ਬਣਾ ਰਹੇ ਹੋ ਕਿ ਪੰਜਾਬ 'ਚ ਭਾਈਚਾਰਕ ਦੰਗੇ ਹੁੰਦੇ ਨੇ। ਈਵਨ ਖਾੜਕੂਬਾਦ ਦਾ ਦੌਰ ਗੁਜ਼ਰਿਆ, ਇੱਕਾ ਦੁੱਕਾ ਉਹ ਕਤਲ ਹੋਣੇ ਪਰਸਨਲ ਤਰੀਕੇ ਦੇ ਜਾਂ ਰਾਜਨੀਤਿਕ ਵਿਰੋਧੀਆਂ ਦੇ, ਉਹ ਇੱਕ ਅਲੱਗ ਗੱਲ ਹੁੰਦੀ ਹੈ। ਭਾਈਚਾਰਿਆਂ 'ਚ ਦੰਗਾ ਜਿਹੜਾ ਹੁੰਦਾ
ਇਹ ਇੱਕ ਵੀ ਦਿਖਾਓ ਪੰਜਾਬ ਦੇ ਵਿੱਚ ਕਿੱਥੇ ਹੋਇਆ ਜੀ ਹਿੰਦੂਆਂ ਨੇ ਤੇ ਸਿੱਖਾਂ ਨੇ ਆਪਸ ਚ ਇੱਕ ਦੂਜੇ ਨੂੰ ਵੜਤਾ ਹੋਵੇ ਫੜ ਕੇ 47 ਤੋਂ ਬਾਅਦ। ਕਿਉਂਕਿ ਪੰਜਾਬ 47 ਦੇ ਸੰਤਾਪ ਚੋਂ ਹੀ ਨਹੀਂ ਉਭਰਿਆ। ਜਿੱਥੇ ਹਿੰਦੂ ਮੁਸਲਮ ਤੇ ਸਿੱਖ ਮੁਸਲਮ ਦੰਗਾ ਹੋਇਆ 10 ਲੱਖ ਲੋਕ ਮਰੇ, ਉਹ 'ਚ 8 ਲੱਖ ਪੰਜਾਬੀ ਸੀ। ਉਦੋਂ ਬਾਅਦ ਉਹਨੇ ਸਿੱਖਿਆ ਤੇ ਇੱਕ ਲੰਮੇ ਸਮੇਂ ਦੀ ਇੱਥੇ ਇੱਕ ਰਵਾਇਤ ਹੈ। ਉਦੋਂ ਵੀ ਲੋਕਾਂ ਨੂੰ ਇਹ ਲੱਗਿਆ ਕਿ ਅਸੀਂ ਗੁਰੂ ਨਾਨਕ ਤੋਂ ਭਟਕ ਗਏ, ਗੁਰੂ ਨਾਨਕ ਦੇ ਥਾਟ ਤੋਂ ਭਟਕ ਗਏ। ਉਦੋਂ ਵੀ ਇਹ ਕਿਹਾ ਜਾਂਦਾ ਹੈ, ਮਤਲਬ ਸਾਡੇ ਸਾਹਮਣੇ ਇੱਕ ਉਦਾਹਰਨ ਹੈ, ਮਿਸਾਲ ਹੈ ਕਿ ਨਵਾਬ ਮਲੇਰਕੋਟਲਾ ਨੇ ਗੁਰੂ ਦੇ ਬੱਚਿਆਂ ਲਈ ਹਾਂ ਦਾ ਨਾਰਾ ਮਾਰਿਆ ਸੀ ਸਾਹਿਬਜ਼ਾਦਿਆਂ ਲਈ। ਜਿਹੜਾ ਮਲੇਰਕੋਟਲੇ ਦੀ ਜੂਝ ਚ ਚਲਾ ਗਿਆ ਉਹਦੇ ਫੁੱਲ ਦੀ ਨਹੀਂ ਲੱਗੀ, ਉਹਨੂੰ ਕਿਹਾ ਵੀ ਕੋਈ ਗੱਲ ਨਹੀਂ, ਇਹਨੇ ਤਾਂ ਸਾਡੇ ਗੁਰੂ ਦੇ ਪੱਖ ਬੱਚਿਆਂ ਦੇ ਸਾਹਿਬਜ਼ਾਦਿਆਂ ਦੇ ਪੱਖ ਚ ਹਾਂ ਦਾ ਨਾਰਾ ਮਾਰਿਆ। ਇਹ ਐਡਾ ਵੱਡਾ ਇੱਕ ਕਿਰਦਾਰ ਖੜਾ ਹਿਸਟਰੀ ਦੇ ਵਿੱਚ। ਤੇ ਜੇ ਇੱਥੇ ਦੰਗੇ ਹੋਣੇ ਹੁੰਦੇ ਜਦੋਂ 84 ਚ ਸਿੱਖ ਕਤਲੇਆਮ ਹੋਇਆ ਤਾਂ ਇੱਥੇ ਹੋ ਜਾਣਾ ਸੀ, ਦੰਗੇ ਮਾਰੇ ਜਾ ਸਕਦੇ ਸੀ ਕਿੰਨੇ ਲੋਕ ਜੇਕਰ ਇਸ ਲੈਵਲ ਦੀ ਗੱਲ ਹੋ। ਇਹ ਗੁਰੂ ਨਾਨਕ ਦੀ ਧਰਤੀ ਹੈ, ਸਰਬੱਤ ਦੇ ਭਲੇ ਦੀ ਧਰਤੀ ਹੈ, ਔਰ ਇੱਥੇ ਕਿੰਨੇ ਪੀਰ ਫਕੀਰ ਸੂਫੀ ਔਰ ਗੁਰੂ ਨਾਨਕ ਜਿੱਥੇ ਸਾਂਝੀ ਵਾਲਤਾ ਦਾ ਸੰਦੇਸ਼ ਰੋਜ਼ ਗੂੰਜਦਾ ਹੈ, ਇਸ ਲਈ ਉੱਥੇ ਇਹ ਨਹੀਂ ਹੋ ਸਕਦਾ। ਔਰ 47 ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਪੰਜਾਬ ਤੋਂ ਬਾਹਰ 33,000 ਫਿਰਕੂ ਦੰਗਾ ਹੋ ਚੁੱਕਿਆ, ਪਰ ਐਡਾ ਕਦੇ ਨਹੀਂ ਉਭਾਰਿਆ ਜਾਂਦਾ ਜੀ ਉੱਥੇ ਫਲਾਨਾ ਹੋ ਗਿਆ ਫਲਾ। 33,000 ਮਾਨੇ ਰੱਖਦਾ 75 ਸਾਲਾਂ ਚ। ਇੱਥੇ ਇੱਕ ਵੀ ਰਿਕਾਰਡਡ ਦਿਖਾਓ। ਤੇ ਜਿਹੜਾ ਮੀਡੀਆ ਵੀ ਜਾਂ ਸੋ ਕਾਲਡ ਨੈਸ਼ਨਲ ਮੀਡੀਆ ਜਾਂ ਆਲੇ ਦੁਆਲੇ ਇਹਨੂੰ ਉਭਾਰ ਕੇ ਉਸ ਨੈਗੇਟਿਵਿਟੀ ਚ ਪੇਸ਼ ਕਰਦਾ, ਜਿਹੜਾ ਸਵਾਲ ਹੈ ਉਹ ਵੀ ਮੈਨੂੰ ਲੱਗਦਾ ਕਿ ਜਿਹੜੇ ਅਨੁਪਾਤ ਹੁੰਦਾ ਨਾ ਕਿਸੇ ਘਟਨਾ ਦਾ, ਉਹ ਅਨੁਪਾਤ ਤੋਂ ਬਹੁਤ ਵੱਡੀ ਬਣਾ ਕੇ ਪੇਸ਼ ਕਰ ਦੋ ਤਾਂ ਦੁਨੀਆ ਚ ਲੱਗਦਾ ਜਾਂ ਦੇਸ਼ ਚ ਲੱਗਦਾ ਪੰਜਾਬ ਤਾਂ ਪਤਾ ਨਹੀਂ ਜਲ ਗਿਆ, ਪਤਾ ਨਹੀਂ ਪੰਜਾਬ ਚ ਕੀ ਹੋ ਗਿਆ, ਪੰਜਾਬ ਚ ਨਹੀਂ ਹੋ ਗਿਆ। ਜੇ ਈਵਨ ਉਸ ਦਿਨ ਵੀ ਤੁਸੀਂ ਦੇਖੋ ਜਿਹੜੇ ਦਿਨ ਇਹ ਘਟਨਾ ਵਾਪਰਦੀ ਆ ਪਟਿਆਲੇ ਚ, ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਪੁਲਿਸ ਨਾਲ ਕੋਆਪਰੇਟ ਕੀਤਾ ਹੈ ਜਥੇਬੰਦੀਆਂ ਵਾਲਿਆਂ ਨੇ ਵੀ, ਜਿਹੜੇ ਗਏ ਵੀ ਨੇ। ਨਹੀਂ ਤਾਂ ਮੌਕੇ ਤੇ ਵੀ ਬਹੁਤ ਵੱਡਾ ਘਟਨਾਕ੍ਰਮ ਉਸ ਲੈਵਲ ਤੇ ਹੋ ਜਾਂਦਾ। ਉਹ ਸ਼ਾਂਤੀ ਤਾਂ ਹੀ ਰਹਿ ਹੀ ਗਈ ਹੈ, ਨਹੀਂ ਤਾਂ ਆਮੋ ਸਾਹਮਣੇ ਆਏ ਓਡਾ ਟਕਰਾਅ ਹੋ ਜਾਂਦਾ, ਸਿੱਧੀਆਂ ਗੋਲੀਆਂ ਇੱਕ ਦੂਜੇ ਦੇ ਉਸ ਲੈਵਲ ਤੇ ਮਾਰ ਦੋ, 4 ਬੰਦੇ ਮਾਰ ਦੋ, ਉਹੀ ਕਾਂਡ ਬਰਗਾੜੀ ਵਰਗਾ ਜਦ ਮਰਜੀ ਹੋ ਸਕਦਾ। ਪੁਲਿਸ ਤਰਫੋਂ ਵੀ ਹੋ ਸਕਦਾ ਸੀ ਤੇ ਬਾਕੀ ਦੇ ਤਰਫੋਂ ਵੀ ਹੋ ਸਕਦਾ। ਬਿਲਕੁਲ। ਪਰ ਜਦ ਤੁਸੀਂ ਥਾਂ ਲੈਂਦੇ ਹੋ, ਇਹਨਾਂ ਚੀਜ਼ਾਂ ਨੂੰ ਦੇਖਣ ਦਾ ਸਵਾਲ ਹੈ ਕਿ ਜੇਕਰ ਤੁਸੀਂ ਸੈਲਟਰ ਕਿੱਥੇ ਲੈਂਦੇ ਹੋ, ਸੈਲਟਰ ਫਿਰ ਅਲੱਗ ਜਗ੍ਹਾ ਲਾਓ। ਜੇ ਤੁਸੀਂ ਮਾਰਚ ਕਰ ਰਹੇ ਹੋ, ਮਾਰਚ ਤੋਂ ਭੱਜ ਕੇ ਆ ਕੇ ਮੰਦਿਰ ਦੀ ਪ੍ਰੋਟੈਕਸ਼ਨ ਲੈਂਦੇ ਹੋ, ਮੰਦਿਰ ਦੇ ਉੱਪਰੋਂ ਰੋੜੇ ਚਾਰਜ ਕਰਦੇ ਹੋ, ਤੇ ਇਧਰੋਂ ਵੀ ਫਿਰ ਰੋੜੇ ਚਾਰਜ ਹੁੰਦੇ ਨੇ, ਉਹ ਮੰਦਿਰ ਵਾਲੇ ਪਾਸੇ ਵੱਜਦੇ ਨੇ। ਫਿਰ ਇੱਕ ਮੁੱਦਾ ਬਣ ਜਾਂਦਾ ਕਿ ਸਾਡੇ ਧਾਰਮਿਕ ਮੰਦਿਰ ਤੇ ਅਟੈਕ ਕੀਤਾ ਜੀ। ਉਹ ਅੰਦਰ ਵਾਲਿਆਂ ਨੂੰ ਵੀ ਰੋਕੋ, ਜਿਹੜੇ ਮੰਦਿਰ ਤੇ ਅਟੈਕ ਜਿਹੜਾ ਅੰਦਰੋਂ ਮੰਦਿਰ ਤੋਂ ਕਰ ਰਹੇ ਨੇ ਉਹਨਾਂ ਨੂੰ ਵੀ ਰੋਕਣਾ ਪਏਗਾ, ਤੇ ਠੀਕ ਹੈ ਬਾਹਰ ਵਾਲਿਆਂ ਨੂੰ ਵੀ ਕਰਨਾ ਪਏਗਾ ਕਿ ਭਾਈ ਤੁਸੀਂ ਵੀ ਮੰਦਿਰ ਵੱਲ ਕਿਉਂ ਕਰ ਰਹੇ ਹੋ। ਗੱਲ ਇਨਸਾਫ ਦੀ ਉਹ ਕਰਨੀ ਪਏਗੀ ਨਾ, ਦੋ ਧਿਰ ਜਿਹੜੀ ਜਿੱਥੇ ਜਿਹੜੀ ਗੱਲ ਹੈ, ਨਹੀਂ ਤਾਂ ਫਿਰ ਗੱਲ ਬਣਦੀ ਨਹੀਂ। ਜੇ ਇਹ ਗੱਲ 'ਚ ਸੱਚ ਹੈ, ਜੇ ਜਿਹੜਾ ਕਹਿੰਦੇ ਨੇ ਬਰਜਿੰਦਰ ਪਰਵਾਨਾ, ਪੁਲਿਸ ਨੇ ਤਾਂ ਹੁਣ ਕਿਹਾ ਮਾਸਟਰ ਮਾਈਂਡ ਹੈ, ਤੇ ਮਾਸਟਰ ਮਾਈਂਡ ਹਰੀਸ਼ ਸਿੰਘਲਾ ਦੀ ਕਿਉਂ ਨਹੀਂ ਹੈ, ਮੈਨੂੰ ਇਹ ਸਮਝ ਨਹੀਂ ਆਈ। ਮਤਲਬ ਜਿਹਨੇ ਕਿਹਾ ਕਿ ਵਿਰੋਧੀ ਇਧਰ ਪੁਲਿਸ ਆਪੀ ਸਚਲਾਂਦੀ, ਜੇ ਖਾਲਿਸਤਾਨ ਮਾਰਚ ਕਰਦੇ, ਇਹ ਹਰੀਸ਼ ਸਿੰਘਲਾ ਦੀ ਜ਼ਿੰਮੇਵਾਰੀ ਹੈ ਜਾਂ ਪੁਲਿਸ ਦੀ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਪੀਸਫੁਲੀ ਟੈਕਲ ਕਰੇ। ਕੱਲ ਨੂੰ ਤਾਂ ਉਹ ਕੁਛ ਕਰਨਗੇ ਤਾਂ ਦੂਜਾ ਇੱਕ ਵਰਗ ਉੱਠ ਕੇ ਚਲਾ ਜਾਊਗਾ ਲਗਾਤਾਰ, ਉਹ ਕਹੂਗਾ ਮੈਂ ਰੋਕਦਾ ਜੀ, ਪੁਲਿਸ ਛੱਡੋ। ਕੁਛ ਕੰਮ ਪ੍ਰਸ਼ਾਸਨ ਤੇ ਵੀ ਛੱਡ ਦੇਣੇ ਚਾਹੀਦੇ ਨੇ ਨਾ। ਤੇ ਦੂਜੀ ਗੱਲ, ਜੇ ਉਹ ਕਹਿੰਦੇ ਨੇ ਕਿ ਪੰਜਾਬ 'ਚ ਕੋਈ ਮਾਰਚ ਕੱਢਣ ਵਾਲੀ ਜਥੇਬੰਦੀ ਦਾ ਕੋਈ ਐਲਾਨ ਹੀ ਨਹੀਂ ਹੈ, ਇੱਕ ਬਾਹਰੋਂ ਆਇਆ ਐਲਾਨ ਹੈ, ਅਸੀਂ ਨਹੀਂ ਕੱਢਣਾ। ਜੇ ਉਹਨਾਂ ਨੇ ਵਿਰੋਧੀ ਮਾਰਚ ਕੱਢੇ ਅਸੀਂ ਤਾਂ ਕੱਢਾਂਗੇ। ਮੈਂ ਅਖੀਰਲੇ ਸਵਾਲ ਵੱਲ ਵਧਾਂ ਕਿ ਜੋ ਇਹ ਬਿਰਤਾਂਤ ਸਿਰਜਿਆ ਗਿਆ, ਘਟਨਾ ਜੋ ਵਾਪਰੀ, ਕੀ ਇਹਨੂੰ ਰੋਕਿਆ ਜਾ ਸਕਦਾ ਸੀ? ਸਰਕਾਰ ਵੱਲੋਂ ਉਪਰਾਲਾ ਹੁੰਦਾ, ਤੁਸੀਂ ਕਾਫੀ ਕੁਝ ਬਿਆਨ ਵੀ ਕਰਦਾ। ਦੂਜਾ ਇੱਕ ਮੇਰਾ ਅਹਿਮ ਸਵਾਲ ਹੈ ਕਿ ਜਿਵੇਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ, ਇਹਨਾਂ ਨੇ ਉਹ ਗੱਲਾਂ ਜੋੜਤੀਆਂ, ਸ਼ਿਵ ਸੈਨਾ ਕਾਂਗਰਸ ਦੇ ਨਾਲ ਜੋੜਤੀ, ਇੱਕ ਬੰਦਾ ਬੀਜੇਪੀ ਦੇ ਨਾਲ ਜੋੜਤਾ। ਹਾਲਾਂਕਿ ਪੋਲਿਟਿਕਸ ਖੇਡੀ ਜਾ ਰਹੀ ਹੈ ਇਹਦੇ ਤੇ। ਇਹ ਜੋ ਇੱਕ ਸੁਹਿਰਦਤਾ ਦੇ ਨਾਲ ਜ਼ਿੰਮੇਵਾਰੀ ਲੈਣੀ ਬਣਦੀ ਸੀ, ਉਸ ਜ਼ਿੰਮੇਵਾਰੀ ਨੂੰ ਤੁਸੀਂ ਰਾਜਨੀਤਿਕ ਰੰਗਤ ਦੇ ਰਹੇ ਹੋ, ਇਹ ਕਿੱਥੋਂ ਤੱਕ ਜਾਇਜ਼? ਨਹੀਂ, ਮੈਨੂੰ ਇਹ ਲੱਗਦਾ ਕਿ ਜਿਹੜਾ ਇਹਨੂੰ ਰੋਕਿਆ ਜਾ ਸਕਦਾ ਸੀ, ਕੋਈ ਬੜੀ ਗੱਲ ਨਹੀਂ ਹੈ। ਰੋਕਣਾ ਇੰਨਾ ਹੀ ਹੈ ਕਿ ਜੇ ਸਰਕਾਰ ਉਹਦੇ ਤੇ ਮੀਟਿੰਗ ਬੁਲਾ ਲੈਂਦੀ, ਇੱਕ ਮੀਟਿੰਗ ਬੁਲਾ ਕੇ ਕਹਿੰਦੀ ਵੀ ਆਹ ਭਾਈ ਵਾਪਰਨ ਜਾ ਰਿਹਾ, ਹਫ਼ਤਾ 10 ਦਿਨ ਪਹਿਲਾਂ ਤੋਂ ਇੱਕ ਗੱਲ ਚੱਲ ਰਹੀ ਹੈ, ਇਹਦਾ ਆਪਾਂ ਕਿਵੇਂ ਕਰਨਾ, ਇਹਦੇ ਨਾਲ ਕਿਵੇਂ ਨਜਿੱਠਣਾ। ਤੇ ਜੇ ਸਰਕਾਰ ਇਹ ਐਟੀਟਿਊਡ ਲੈ ਲੈਂਦੀ ਵੀ ਸਖਤੀ ਨਾਲ ਨਜਿੱਠਣਾ ਹੈ, ਉਹ ਬੰਦਿਆਂ ਨੂੰ ਇਕੱਠੇ ਨਹੀਂ ਹੋਣ ਦੇਣਾ, ਜਿਹੜੇ 4 ਹੈ, ਬਾਅਦ ਚ ਵੀ ਦਫਾ 144 ਲਾਈ ਹੈ, ਉਸੇ ਦਿਨ ਲਾਣ ਦੇ। ਤੇ ਜਿਹੜਾ ਬੰਦਾ ਘਰੋਂ ਨਿਕਲਦਾ ਉਹਨੂੰ ਘਰੋਂ ਨਾ ਨਿਕਲਣ ਦਿੰਦੇ। ਜਿਹੜੇ ਵੀ ਜਿਵੇਂ ਹਰੀਸ਼ ਸਿੰਘਲਾ ਜੇ ਉਹ ਜੇ ਲੀਡਰ ਘਰੋਂ ਨਿਕਲ ਕੇ ਆਉਂਦੇ ਨੇ ਕਿਤੇ ਜਾ ਕੇ ਤਾਂ ਹੀ ਇਕੱਠ ਹੁੰਦਾ ਹੈ। ਕਿੰਨੇ ਵਾਰ ਪੰਜਾਬ ਦੇ ਵਿੱਚ ਸਰਕਾਰਾਂ ਨੇ ਕਿਸਾਨ ਜਥੇਬੰਦੀਆਂ ਦਾ ਦਾਇਰਾ ਇਹਨਾਂ ਨਾਲੋਂ ਕਈ ਗੁਣਾ ਵੱਡਾ ਹੈ। ਜਦੋਂ ਸਰਕਾਰ ਇਹ ਫੈਸਲਾ ਕਰ ਲੈਂਦੀ ਵੀ ਨਹੀਂ ਰੈਲੀ ਨਹੀਂ ਕਰਨ ਦੇਣੀ,
ਉਦੋਂ ਪਿੰਡ ਮੇਨ ਲੀਡਰਾਂ ਦੇ ਘਰਾਂ 'ਚ ਤੁਸੀਂ ਲਾ ਦਿੰਦੇ ਹੋ ਪੁਲਿਸ ਜਾਂ ਉਹਨੂੰ ਫੜ ਲੈਂਦੇ ਹੋ, ਤੇ ਫਿਰ ਜੇ ਉਹ ਆਉਂਦੇ ਵੀ ਨੇ ਮਾੜੇ ਮੋਟੇ ਦੋ ਚਾਰ ਕਿਸੇ ਮਤਲਬ ਥੋੜੇ ਬਹੁਤ ਕਿਸੇ ਇੱਕ ਸੜਕ ਦੇ ਕੋਲੇ ਆ ਕੇ ਜਾਂ ਕਿਸੇ ਇੱਕ ਪਿੰਡ 'ਚ ਜਾ ਕੇ ਥੋੜਾ ਬਹੁਤ ਪ੍ਰੋਟੈਸਟ ਕਰਕੇ ਮੁੜ ਜਾਂਦੇ ਨੇ। ਫਿਰ ਇੰਨਾ ਜ਼ਿਆਦਾ ਕਦੇ ਨਹੀਂ ਹੋਇਆ ਹੈ ਨਾ ਉਸ ਪਾਸੇ ਤਾਂ। ਹਾਲਾਂਕਿ ਉਹਨਾਂ ਨੇ ਤਾਂ ਨਾ ਫਿਰਕੂ ਦੰਗਾ ਭੜਕਾਉਣਾ ਹੁੰਦਾ, ਨਾ ਉਹਨਾਂ ਨੇ ਕੋਈ ਲੜਾਈ ਸਮਾਜ 'ਚ ਕਰਾਉਣੀ ਹੁੰਦੀ ਹੈ, ਸਰਕਾਰ ਤੋਂ ਹੀ ਮੰਗਣਾ ਹੁੰਦਾ ਹੈ। ਤੇ ਇਹ ਤਾਂ ਉਦੋਂ ਖਤਰਨਾਕ ਚੀਜ਼ ਤੁਸੀਂ ਕਰ ਰਹੇ ਹੋ ਕਿ ਸਮਾਜ 'ਚ ਵੰਡ ਪਾ ਰਹੇ ਹੋ ਤੇ ਉਹਨਾਂ ਨੂੰ ਲੜਾ ਰਹੇ ਹੋ ਆਪਸ ਦੇ ਵਿੱਚ। ਤਾਂ ਇਹਨੂੰ ਕਿਉਂ ਨਹੀਂ ਮਤਲਬ ਰੋਕਿਆ ਜਾ ਸਕਦਾ ਸੀ, ਔਰ ਰੋਕਿਆ ਜਾ ਸਕਦਾ। ਔਰ ਨਾ ਐਡਾ ਵੱਡਾ ਕੋਈ ਕੱਦ ਹੈ, ਨਾ ਐਡਾ ਵੱਡੀਆਂ ਕੋਈ ਆਰਗੇਨਾਈਜੇਸ਼ਨਾਂ ਨੇ, ਨਾ ਕੋਈ ਬਹੁਤ ਬੜੀ ਗੱਲ ਹੈ ਕਿ ਤੁਸੀਂ ਕੀ ਕਰਦੇ ਹੋ। ਵੱਡੇ ਵੱਡੇ ਚੀਜ਼ਾਂ ਰੋਕੀਆਂ ਜਾਂਦੀਆਂ ਨੇ। ਜੇ ਚਾਹਤ ਹੋਵੇ, ਇੱਛਾ ਹੋਵੇ ਤੇ ਨੀਅਤ ਹੋਵੇ ਤਾਂ ਇਹ ਚੀਜ਼ਾਂ ਰੁਕ ਸਕਦੀਆਂ ਸੀ, ਨਾ ਦਾ ਕੋਈ ਮਤਲਬ ਇਹ ਹੈ ਨਹੀਂ। ਤੇ ਦੂਜੀ ਗੱਲ ਇਹ ਹੈ ਕਿ ਤੁਸੀਂ ਜਿਹੜੀਆਂ ਗੱਲਾਂ ਨੂੰ ਹਰ ਗੱਲ ਦੇ ਵਿੱਚੋਂ ਮਤਲਬ ਪਤਲੀ ਗਲੀ ਨਿਕਲਣ ਦੀ ਰਾਹ ਕਰਦੇ ਹੋ ਕਿ ਵਿਰੋਧੀ ਦਾ ਕਹਿਣਾ ਹੈ ਇਹ ਉਹਨੇ ਕਰਾਇਆ, ਇਹ ਫਲਾਨੀ ਪਾਰਟੀ ਨੇ ਕਰਾਇਆ, ਧਮਕੀ ਨੇ ਕਰਾਇਆ। ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਪਾਰਟੀਆਂ ਦਾ ਕਰਪਸ਼ਨ ਬਹੁਤ ਜ਼ਿਆਦਾ ਹੈਗੀ ਆ, ਪਾਰਟੀਆਂ 'ਚ, ਸਰਕਾਰਾਂ 'ਚ ਵੀ। ਪਰ ਅਜੇ ਓਨਾ ਕ੍ਰਿਮੀਨਲ ਮਾਹੌਲ ਨਹੀਂ ਬਣਿਆ ਪਾਰਟੀਆਂ ਦੇ ਅੰਦਰ ਵੀ, ਜਾਂ ਇਹ ਜਿਹੜੇ ਜਾਣਬੁੱਝ ਕੇ ਭਾਈਚਾਰਿਆਂ ਨੂੰ ਇਹ ਲੜਾਉਣ ਦਾ ਇਹ ਲਾਏ ਇਹ ਵੱਡੇ ਡਿਜ਼ਾਈਨ ਦੇ ਹਿੱਸੇ ਨੇ। ਜੇ ਪੰਜਾਬ ਦੇ ਵਿੱਚ ਵੀ ਪੰਜਾਬ ਨਾਲ ਧੱਕਿਆਂ ਦੇ ਸਵਾਲ ਆਏ, ਬਾਕੀ ਆਏ ਨੈਸ਼ਨਲ ਲੈਵਲ ਦੇ ਡਿਜ਼ਾਈਨ ਦੇ ਹਿੱਸੇ ਨੇ। ਕੋਈ ਇੱਥੋਂ ਵਾਲੀ ਤਾਂ ਮੋਹਰੇ ਦੇ ਤੌਰ ਤੇ ਕੋਈ ਵਰਤ ਲਿਆ ਗਿਆ ਹੋਊਗਾ ਤਾਂ ਉਹ ਅਲੱਗ ਗੱਲ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਵੱਡੇ ਏਜੰਸੀ ਆਪਰੇਸ਼ਨ ਜਾਂ ਬਾਕੀ ਦੀਆਂ ਚੀਜ਼ਾਂ ਦਾ ਕੋਈ ਰੋਲ ਹੋਏ ਤਾਂ ਉਹ ਅਲੱਗ ਗੱਲ ਹੈ। ਪਰ ਇਹ ਕਰਕੇ ਤੁਸੀਂ ਬਰੀ ਨਹੀਂ ਹੋ ਜਾਂਦੇ ਕਿ ਇਹਦੇ 'ਚ ਫਲਾਨਾ ਬੰਦਾ ਫਲਾਣੇ ਨਾਲ ਸੰਬੰਧਿਤ ਹੈ, ਫਲਾਨਾ ਬੰਦਾ ਫਲਾਣੇ ਨਾਲ ਸੰਬੰਧਿਤ ਹੈ। ਕੱਲ ਨੂੰ ਕੋਈ ਆਪ ਦਾ ਬੰਦਾ ਵੀ ਉਹਦੇ ਵਿੱਚ ਹੋ ਸਕਦਾ ਹੈ। ਬੰਦੇ ਦੀ ਆਇਡੈਂਟੀਟੀ ਇੱਕ ਨਹੀਂ ਹੁੰਦੀ, ਬੰਦੇ ਦੀਆਂ ਮਲਟੀਪਲ ਆਇਡੈਂਟੀਟੀਜ਼ ਹੁੰਦੀਆਂ ਨੇ। ਮੰਨ ਲਓ ਮੈਂ ਆ ਜਾਂ ਤੁਸੀਂ ਹੋ, ਤੁਸੀਂ ਕਿਸੇ ਪਾਰਟੀ ਨਾਲ ਵੀ ਹੋ ਸਕਦੇ ਹੋ। ਤੁਹਾਡੀ ਇੱਕ ਆਪਣੇ ਪਿੰਡ ਦੀ ਵੀ ਪਛਾਣ ਹੋ ਸਕਦੀ ਹੈ। ਤੁਹਾਡੀ ਇੱਕ ਆਪਣੇ ਪੰਜਾਬ ਦੀ ਬੀਂਗੇ ਪੰਜਾਬੀ ਵੀ ਇੱਕ ਪਛਾਣ ਹੈ, ਬੀਂਗੇ ਧਰਮ ਵੀ ਪੱਗ ਬੰਨੀ ਹੈ ਤੇ ਸਿੱਖ ਦੇ ਤੌਰ ਤੇ ਵੀ ਇੱਕ ਪਛਾਣ ਹੈ। ਜਦੋਂ ਦੇਸ਼ ਤੋਂ ਬਾਹਰ ਜਾਂਦੇ ਹੋ ਤੁਸੀਂ ਦੇਸ਼ ਦੀ ਵੀ ਇੱਕ ਪਛਾਣ ਹੈ ਕਿ ਬੰਦਾ ਇੰਡੀਆ ਦਾ ਭਾਰਤੀ ਹੈ। ਮਤਲਬ ਮਲਟੀਪਲ ਪਛਾਣਾਂ ਨੇ। ਸਾਡੇ ਤਾਂ ਕਾਸਟ ਦੀ ਵੀ ਇੱਕ ਪਛਾਣ ਹੈ, ਮਰਦ ਜਾਂ ਔਰਤ ਦੀ ਵੀ ਇੱਕ ਪਛਾਣ ਹੈ, ਪੜ੍ਹੇ ਜਾਂ ਨਾ ਪੜ੍ਹੇ, ਆਇਡੈਂਟੀਟੀ ਡਿਫਰੈਂਟ ਨੇ, ਵੱਖਰੀਆਂ ਪਛਾਣਾਂ ਨੇ। ਇੱਕੋ ਪਛਾਣ ਕੋਈ ਕੰਮ ਕਰਦੀ ਹੋਵੇ ਇਹ ਨਹੀਂ ਹੋ ਸਕਦਾ। ਉਹਨੂੰ ਧਾਰਮਿਕ ਅਨੁਵਾਦ ਜਦੋਂ ਦੱਬ ਕੇ ਲੈ ਜਾਂਦਾ ਹੈ, ਪੋਲਿਟਿਕਸ ਕਿਸੇ ਦੀ ਵੀ ਹੋਵੇ, ਔਰ ਉਹ ਅਨੁਵਾਦ ਦੇ ਵਿੱਚ ਕਾਂਗਰਸੀ ਵੀ ਬੀਜੇਪੀ ਆਪ ਵੀ ਜਾਊਗੀ। ਜਿਹੜਾ ਸਿੱਖ ਸੈਂਟੀਮੈਂਟ ਵਾਲਾ ਉਹ ਸਿੱਖਾਂ 'ਚ ਚਲਾ ਜਾਂਦਾ ਤੇ ਜਿਹੜਾ ਹਿੰਦੂ ਸੈਂਟੀਮੈਂਟ ਵਾਲਾ ਹਿੰਦੂ ਚਲਾ ਜਾਊਗਾ। ਉਹਨੂੰ ਵਿਗਾੜ ਕੇ ਤੁਸੀਂ ਇਕੱਲਾ ਇਹ ਕਰ ਦੇਣਾ ਕਿ ਫਲਾਨਾ ਕਿਉਂਕਿ ਫਲਾਨੀ ਪਾਰਟੀ ਦਾ ਜਾਂ ਫਲਾਨਾ ਫਲਾਨੀ ਗੱਲ ਦਾ, ਫਿਰ ਤਾਂ ਕੋਈ ਬਦਲਾਅ ਆਏਗਾ ਹੀ ਨਹੀਂ। ਜੇ ਆਮ ਆਦਮੀ ਪਾਰਟੀ ਨੂੰ ਇੰਨੀਆਂ ਵੱਡੀਆਂ ਵੋਟਾਂ ਪੈ ਗਈਆਂ ਫਿਰ ਉਹ ਪਾਰਟੀਆਂ ਨਾਲ ਉਹਨਾਂ ਨਾਲ ਹੀ ਸੀ। ਤੁਸੀਂ ਉਹਨਾਂ ਪਾਰਟੀਆਂ 'ਚੋਂ ਕਿੰਨੇ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਨੇ ਔਰ ਕਿੰਨਿਆਂ ਨੂੰ ਮੰਤਰੀ ਵੀ ਬਣਾਤਾ ਉਹਨਾਂ ਦੇ ਵਿੱਚੋਂ ਟਿਕਟਾਂ ਦੇ ਕੇ। ਜੇ ਇੰਨਾ ਹੀ ਅਛੂਤਾਂ ਵਾਲਾ ਕੰਮ ਹੁੰਦਾ ਹੈ ਜਾਂ ਇਸੇ ਤਰੀਕੇ ਦੇ ਨਾਲ ਘਟੀਆਪਣ ਇੱਕ ਹੁੰਦਾ ਜਿਹਨੂੰ ਅਸੀਂ ਵਾਰ-ਵਾਰ ਇਸ ਲੈਵਲ ਤੇ ਉਭਾਰਦੇ ਹਾਂ, ਇਹ ਹੈਲਦੀ ਡਿਬੇਟ ਨਹੀਂ ਹੈ। ਮੈਨੂੰ ਤਾਂ ਲੱਗਦਾ ਇਹੋ ਜਿਹਾ ਤੇ ਤਾਂ ਮਤਲਬ ਇਹਨੂੰ ਵੱਡਾ ਅਜੇ ਓਡਾ ਵੱਡਾ ਹੈ ਨਹੀਂ, ਪਰ ਇੱਕ ਕੰਸੈਂਸਸ ਪਾਰਟੀਆਂ ਦੀ ਮੀਟਿੰਗ 'ਚ ਬੈਠ ਕੇ ਬਣਨਾ ਚਾਹੀਦਾ ਸਰ, ਪਾਰਟੀਆਂ ਮੀਟਿੰਗਾਂ ਦੇ ਵਿੱਚ, ਕਿ ਆਹ ਚੀਜ਼ਾਂ ਨੇ। ਕੁਝ ਨਾਜ਼ੁਕ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਜ਼ਿਆਦਾ ਖਰਾਬ ਕਰਦੀਆਂ ਨੇ, ਉਹ 'ਚ ਇੱਕ ਦੂਜੇ ਤੇ ਦੂਸ਼ਣਬਾਜ਼ੀ ਉਸ ਪੱਧਰ ਦੀ ਬੰਦ ਕਰਕੇ ਲੌਜੀਕਲ ਡਿਸਕਸ਼ਨ ਹੋਣੀ ਚਾਹੀਦੀ ਹੈ, ਚਰਚਾ ਹੋਣੀ ਚਾਹੀਦੀ ਹੈ, ਬਲੇਮ ਗੇਮ ਨਹੀਂ ਕਰਨੀ ਚਾਹੀਦੀ, ਤਾਂ ਕਿ ਪ੍ਰਸ਼ਾਸਨ ਨੂੰ ਵੀ ਕਲੀਅਰ ਪਤਾ ਹੋਵੇ ਕਿ ਕੋਈ ਵੀ ਧਿਰ ਇਸ ਮਾਮਲੇ ਦੇ ਵਿੱਚ ਸਾਡੇ ਨਾਲ ਉਸ ਪੱਧਰ ਦੇ ਉੱਤੇ ਨਹੀਂ ਹੈ। ਔਰ ਲੋਕ ਹਮੇਸ਼ਾ ਸੱਤਾਧਾਰੀ ਧਿਰਾਂ ਤੇ ਇਲਜ਼ਾਮ ਲਾਉਂਦੇ ਨੇ ਨਾ ਕੰਮਾਂ ਉਲਟਾ, ਕਿਉਂਕਿ ਉਹ ਫਸੀਆਂ ਹੁੰਦੀਆਂ ਨੇ ਕਿਸੇ ਨਾ ਕਿਸੇ ਕੰਮ 'ਚ। ਬਿਜਲੀ ਸੰਕਟ ਕਿਸ ਲੈਵਲ ਤੇ ਹੈ, ਮਹਿੰਗਾਈ ਕਿਸ ਲੈਵਲ ਤੇ ਹੈ, ਬੇਰੁਜ਼ਗਾਰੀ ਕਿਸ ਲੈਵਲ ਤੇ ਹੈ, ਬਾਕੀ ਚੀਜ਼ਾਂ ਕਿਸ ਲੈਵਲ ਤੇ ਨੇ। ਕੌਣ ਕਰਾਊਗਾ? ਫਸੀ ਸਰਕਾਰ ਨੂੰ ਕੋਈ ਵਿਰੋਧੀ ਦੀ ਬਜਾਏ ਲੋਕਾਂ ਨੂੰ ਇਲਜ਼ਾਮ ਇਹ ਤੋਂ ਉਲਟਾ ਅਗਲਾ ਕਹਿੰਦਾ ਵੀ ਇਹਦੇ ਤੋਂ ਧਿਆਨ ਹਟਾਉਣ ਲਈ ਹੈ। ਜਿਵੇਂ ਮੋਦੀ ਉਹਨਾਂ ਤੇ ਇੱਕ ਇਲਜ਼ਾਮ ਗਵਰਨਮੈਂਟ ਆਫ ਇੰਡੀਆ ਤੇ ਲੱਗਦਾ ਹੈ ਕਿ ਇੰਨੀ ਸੀਰੀਅਸ ਸੰਕਟ ਦੇ ਵਿੱਚੋਂ ਤੇਲ ਇੰਨਾ ਮਹਿੰਗਾ ਹੋ ਗਿਆ ਹੈ, ਪਾਵਰ ਦਾ ਕ੍ਰਾਈਸਿਸ ਹੈ, ਰੁਜ਼ਗਾਰ ਦਾ ਕ੍ਰਾਈਸਿਸ ਹੈ, ਸਰਕਾਰ ਹਿੰਦੂ ਮੁਸਲਮ ਕਰਾ ਰਹੀ ਹੈ। ਇਹਦਾ ਮਤਲਬ ਉਹ ਧਿਆਨ ਡਾਇਵਰਟ ਕਰ ਰਹੀ ਹੈ। ਸਾਰੇ ਲੇਖ, ਸਾਰੇ ਲੋਕਾਂ ਦੀਆਂ ਡਿਬੇਟਾਂ ਇਹ ਇਲਜ਼ਾਮ ਲਾਉਂਦੇ ਨੇ ਨਾ, ਔਰ ਉੱਥੇ ਜਾ ਕੇ ਢੁਕਦਾ ਵੀ ਹੈ ਵੀ ਤੁਸੀਂ ਇਸ ਪਾਸੇ ਵੱਲ ਕਿਉਂ ਤਰਤੀਬ। ਆਪ ਜਦੋਂ ਪ੍ਰਧਾਨ ਮੰਤਰੀ ਤੇ ਮੰਤਰੀ ਉਸੇ ਗੱਲ ਤੇ ਬੋਲਣ ਲੱਗ ਜਾਣ। ਹੁਣ ਸਾਡੇ ਵੀ ਕੀ ਹੈ, ਸਾਡੀਆਂ ਜਿਹੜੀਆਂ ਸਮੱਸਿਆਵਾਂ ਸੀ, ਬਿਜਲੀ ਸੰਕਟ, ਬਾਕੀ ਸੰਕਟ, ਉਹਦੀ ਬਜਾਏ 4 ਦਿਨ ਤੋਂ ਪਟਿਆਲਾ ਹੀ ਹੋ ਰਹੀ ਹੈ ਨਾ। ਬਿਲਕੁਲ ਬਿਲਕੁਲ। ਤਾਂ ਮੇਨ ਮੁੱਦਾ ਸਾਈਡ ਤੇ ਰਹਿੰਦਾ ਹੈ। ਇਸ ਕਰਕੇ ਮੇਨ ਮੁੱਦਾ ਸਾਈਡ ਤੇ ਨਾ ਰਹੇ, ਲੋਕਾਂ ਨੂੰ ਵੀ ਇਹਦੇ ਬਾਰੇ ਸਮਝਦਾਰੀ ਨਾਲ ਫੈਸਲਾ ਕਰਨਾ ਪਏਗਾ। ਸਮਾਜਿਕ ਤੌਰ ਤੇ ਇਵਨ ਧਾਰਮਿਕ ਆਗੂਆਂ ਨੂੰ ਵੀ ਆਪੋ ਆਪਣੇ ਧਾਰਮਿਕ ਦਾਇਰੇ ਦੇ ਵਿੱਚ ਮਤਲਬ ਕਰੈਕਟ ਸੋਚ ਦੇ ਨਾਲ ਵਿਚਰਨਾ, ਆਪਣੀ ਸਮਾਜ ਨੂੰ ਉਸ ਪਾਸੇ ਵੱਲ ਤੋਰਨਾ, ਔਰ ਸਮਾਜਿਕ ਔਰ ਪੋਲੀਟੀਕਲ ਲੀਡਰਸ਼ਿਪ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ, ਸਾਰੇ ਕਿਤੇ ਹੀ ਲੋਕਾਂ ਦਾ ਇੱਕ ਮਾਹੌਲ, ਇੱਕ ਐਟੀਟਿਊਡ ਉਸ ਲੈਵਲ ਦਾ ਜੇ ਬਣੂਗਾ ਕਿ ਹਾਂ ਆਪਾਂ ਸ਼ਾਂਤਤਾ ਰੱਖਣੀ ਹੈ ਪਰ ਮੰਗਾਂ ਮਸਲਿਆਂ ਤੇ ਆਵਾਜ਼ ਵੀ ਉਠਾਉਣੀ ਹੈ,
ਔਰ ਸਰਕਾਰਾਂ ਨੂੰ ਜਵਾਬਦੇਹ ਵੀ ਬਣਾਉਣਾ ਹੈ, ਪ੍ਰਸ਼ਾਸਨ ਨੂੰ ਵੀ ਜਵਾਬਦੇਹ ਬਣਾਉਣਾ ਹੈ, ਪਰ ਬੇਤੁਕੀਆਂ ਗੱਲਾਂ ਤੇ ਨਹੀਂ, ਜਿਹੜੀਆਂ ਗੱਲਾਂ ਲੋਕਾਂ ਦੇ ਵਿੱਚ ਪਾੜਾ ਪਾਉਂਦੀਆਂ ਨੇ, ਲੋਕਾਂ 'ਚ ਕਲੇਸ਼ ਪੈਦਾ ਕਰਦੀਆਂ ਨੇ, ਦੰਗੇ ਭੜਕਾਉਣ ਦਾ ਕਾਰਨ ਬਣ ਸਕਦੀਆਂ ਨੇ, ਉਹਨਾਂ ਦੇ ਉਲਟ ਦੂਜੀਆਂ ਬਹੁਤ ਗੱਲਾਂ ਨੇ ਜਿਹੜੀਆਂ ਇਨਸਾਨੀਅਤ ਪਸੰਦ ਨੇ। ਸਰਬੱਤ ਦੇ ਭਲੇ ਦਾ ਕਨਸੈਪਟ ਹੈ ਹੀ ਇਨਸਾਨੀਅਤ ਪਸੰਦ ਹੈ। ਉਸੇ ਦਿਨ ਤੁਸੀਂ ਤਿੜਕ ਜਾਂਦੇ ਹੋ ਜਿਹੜੇ ਦਿਨ ਇਨਸਾਨੀਅਤ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰਦੇ ਹੋ। ਔਰ ਇਹਦੇ ਤੇ ਸੰਵਾਦ ਹੋਣਾ ਚਾਹੀਦਾ ਆਪਸ ਦੇ ਵਿੱਚ, ਨਾ ਕਿ ਖੂਨ ਖਰਾਬੇ ਵਾਲਾ ਜਿਹੜੀ ਸ਼ਬਦਾਵਲੀ ਵਰਤੀ ਜਾਣੀ ਚਾਹੀਦੀ। ਜੀ ਬਿਲਕੁਲ। ਮੇਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਵਿਚਾਰ ਰੱਖਣ ਦੇ ਲਈ, ਧੰਨਵਾਦ ਤੁਹਾਡਾ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ। ਧੰਨਵਾਦ।